सावधान एकाग्रचित होकर शब्द गुरु श्री गुरु ग्रंथ साहिब जी शब्द स्वरूप का अंतर दे श्री गुरु नानक देव जी ने बख्शिश कीते हुए मंत्र अपनी रूहां के भले ਲਈ लोक सदा चुकी रूहां की आत्मिक शांति ਲਈ बच्चे बच्चियां के उच्चे सुच्चे उजड़े भविख ਲਈ पिंड समुचा समाज ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਭਾਰਤ ਦੇਸ਼ ਦੀ ਤਰੱਕੀ ਸਾਰੇ ਸੰਸਾਰ ਵਿੱਚ ਅਮਨ ਸ਼ਾਂਤੀ ਦੀ ਸਥਾਪਨਾ ਲਈ ਇਹਨਾਂ ਮੰਤਰਾਂ ਦੇ ਜਾਪ ਜਪੀਏ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਰਬੰ ਗੁਰ ਪ੍ਰਸਾਦ शतर जगत तख्त मालिक वाणी के मोहित सारी मनुष्यता के साझे ज्ञान दाता पतित पावन भक्त वचन अंतरजामी गरीब निवाज सतगुरु साहिब श्री गुरु ग्रंथ साहिब जी की पवित्र हजूरी अंदर जो बैठी गुरु जी की साजी नवाजी साथ संगत जो गुरु जी के खास समर्थ खालसा साथ संगत सत्संगी जनों बुजुर्गों बताओ नौजवान बच्चों भैनों जिन्हों के गुरु पातशाह ने कृपा करके अपनी चरण शान हजूरी अंदर बिठा कर हरि जस कीर्तन का लाभ प्रदान करना किया है सारे आपने भली भांति जाणू हो कि यह गुरमति समागम मेरे अति सत्कारयोग बापू सुखपूर सिंह जी के इस पावन पवित्र स्थान पर श्री गुरु ग्रंथ साहिब की हजूरी अंदर उन्होंने वालों सेवादार रखे हुए भाई साहब भाई सरवण सिंह जी ते भाई साहब भाई सुखविंदर सिंह जी जिन्होंने इतों की सेवा गुरु पातशाह ने सौंपी हुई है उन्होंने सहयोग के संगत के सहयोग नाल एक रोज़ा गुरमति समागम है जिस विच निष्काम कीर्तनी जथे वालों कीर्तन राही सेवा निभाई जाएगी। अज देव नेक नाल कीर्तन दो थाई जथे का चल रहा है एक सहारे विच है एक इस पावन स्थान जथे को एक प्रोजेक्टर है ਜਿਹੜੇ प्रोजेक्टर ਅਸੀਂ जो कीर्तन करते हैं वो सामने आप जी ਦੇ ले करते हैं ताकि आप जी ਨੂੰ ਗੁਰਬਾਣੀ ਦੀ ਸਮਝ ਸੋਚ ਪਏ ਤੇ ਗੁਰੂ ਪਾਤਸ਼ਾਹ ਸਾਨੂੰ ਕੀ ਸੰਦੇਸ਼ ਦੇ ਰਹੇ ਨੇ ਗੁਰਬਾਣੀ ਦਾ ਅਸੀਂ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਢਾਲਣਾ ਕਰੀਏ ਉਹ ਅੱਜ ਅਸੀਂ ਆਪ ਦੀ ਸੇਵਾ ਨਹੀਂ ਨਿਭਾ ਸਕਦੇ ਉਹ ਅੱਜ ਪ੍ਰੋਜੈਕਟ ਉਸੇ ਥਾਂ ਤੇ ਲੱਗਿਆ ਹੋਇਆ ਸੁਹਾਰੀ ਵਿੱਚ दूसरी बेनती है कि चल रहे कीर्तन जो वीर जी ने आप जी कीर्तन की सांझ कराई वो शब्द गुरु अर्जन देव जी की रचना तो चल राग गाने 218 पावन अक्षरां श्री गुरु ग्रंथ साहिब जी अंकित हैं उन्होंने आप जी ने थोड़े चर्चा करना व्याख्या समझ करते उस तो बाद थोड़े जी गुरमति विचार आप जी की कसीस ना होना और उस तो पहले मेरी हाथ जोड़ के बेनती होती है कि खालसा पंथ के दो हिस्से एक हिस्से में है कि ग्रंथी सिंह पाठी सिंह ये गुरु के कीर्तनीय ढाडी कविश्री कवि कथावाचक प्रचारक जथेदार साहिबान एक हिस्सा है इन्हों की बहुत ही जिम्मेवारी इन्हों बारे असं सोचते हैं कि जिन्हें तक ग्रंथी ते पाठी आदि जिन्हें भी सारी कैटेगरी है इन्हों को एक रेगुलर संस्था तो डिप्लोमा होना चाहिए और इन्होंने अपने काम में पूरी पूरी मुहारत होनी चाहिए
ਜੀਵਨ ਸਿੱਖੀ ਦੇ ਸੰਚੇ ਢੜਿਆ ਹੋਣਾ ਚਾਹੀਦਾ ਸਾਰੇ। ਦੂਸਰਾ, ਜਿੱਥੇ ਗ੍ਰੰਥੀ ਸਿੰਘ ਦੀ ਪੋਸਟ ਹੈ ਉਹਦਾ ਚੰਗਾ ਸਤਿਕਾਰ ਹੋਣਾ ਚਾਹੀਦਾ, ਉਹਦੇ ਨਾਲ ਉਹਦੀ ਚੰਗੀ ਸੈਲਰੀ ਹੋਣੀ ਚਾਹੀਦੀ ਹੈ। ਇਹ ਬੜੀ ਹੀ ਰਿਸਪੈਕਟੇਬਲ ਪੋਸਟ ਹੈ, ਸਤਿਕਾਰਯੋਗ ਪੋਸਟ ਹੈ ਗੁਰੂ ਪੰਥ ਵਿੱਚ, ਜਿਹਦੇ ਵਿੱਚ ਪਹਿਲਾ ਗ੍ਰੰਥੀ ਸਿੰਘ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ। ਭਾਈ ਮਨੀ ਸਿੰਘ ਜੀ ਵੀ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਸਨ। ਅੱਜ ਦੁੱਖ ਹੈ ਕਿ ਕੌਮ ਵਿੱਚ ਜਦੋਂ ਇਸ ਵਰਗ ਨੂੰ ਅਸੀਂ ਬਿਲਕੁਲ ਥੱਲੇ ਸੁੱਟਿਆ ਹੋਇਆ ਪਿੰਡਾਂ ਵਿੱਚ, ਤੇ ਕੋਈ ਵੀ ਸਿੱਖਾਂ ਦਾ ਮੁੰਡਾ ਗ੍ਰੰਥੀ ਸਿੰਘ ਬਣਨ ਨੂੰ ਤਿਆਰ ਨਹੀਂ ਰਿਹਾ। ਦੂਸਰੀ ਬੇਨਤੀ ਹੈ ਕਿ ਜੇ ਗ੍ਰੰਥੀ ਸਿੰਘ ਦੀ ਕੋਈ ਕਮੀ ਪੇਸ਼ੀ ਹੋਏ ਤੇ ਉਹਦਾ ਸਰਟੀਫਿਕੇਟ ਰੈੱਡ ਲਾਈਨ ਕਰਕੇ ਉਹ ਹਮੇਸ਼ਾ ਵਾਸਤੇ ਦੁਨੀਆ 'ਚ ਕਿਤੇ ਵੀ ਗ੍ਰੰਥੀ ਸਿੰਘ ਦੀ ਡਿਊਟੀ ਨਾ ਦੇ, ਉਹ ਆਪਣੇ ਕਿਰਤ ਕਰਕੇ ਪ੍ਰਸ਼ਾਦਾ ਛਕੇ, ਬੜੀ ਖੁਸ਼ੀ ਦੀ ਗੱਲ ਹੈ। ਦੂਸਰੀ ਇੱਕ ਸਾਈਡ ਹੈਗੀ ਹੈ, ਦੂਸਰੇ ਪਾਸੇ ਇਸ ਪੰਥ ਵਿੱਚ ਹੈਗੇ ਨੇ ਬੜੀ ਸਤਿਕਾਰਯੋਗ ਪਦਵੀਆਂ ਨੇ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਪਹਿਲਾਂ ਸਨਮਾਨਿਤ ਕੀਤਾ। ਪੰਜ ਪਿਆਰੇ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਨ, ਉਹਨਾਂ ਦੀਆਂ ਲਾਡਲੀਆਂ ਫੌਜਾਂ ਗੁਰੂ ਦੀਆਂ। ਦੂਸਰੇ ਹੈਗੇ ਨੇ ਜਿਹੜੇ ਸੰਗਤ ਵੱਲੋਂ ਦਿੱਤੀਆਂ ਹੋਈਆਂ ਅਹੁਦੇ, ਸੰਤ ਜੀ, ਬਾਬਾ ਜੀ, ਬ੍ਰਹਮ ਗਿਆਨੀ ਜੀ, ਮਹਾਂਪੁਰਖ ਜੀ, ਹਜ਼ੂਰ ਮਹਾਰਾਜ ਜੀ, ਜਾਂ ਸਤਿਕਾਰ ਵਜੋਂ ਕਿਸੇ ਨੂੰ ਕੋਈ ਪਰਮਹੰਸ ਦਾ ਖਿਤਾਬ ਦਿੱਤਾ ਗਿਆ, ਜਾਂ ਉਹਨੇ ਆਪ ਲਿਖ ਲਿਆ ਮੈਂ ਤਾਂ ਇੱਥੇ ਨੇਕ ਲੰਕ ਵੀ ਪੜ੍ਹਦਾ, ਨੇਕ ਲੰਕ ਅਵਤਾਰ ਵੀ ਹੈ ਸਿੱਖਾਂ ਵਿੱਚ। ਇਹ ਹੈ ਉਹ ਹਿੱਸਾ ਜਿਹੜਾ ਦੂਸਰਾ ਕੌਮ ਦਾ ਬੜੀ ਅਹਿਮ ਹਿੱਸਾ ਹੈ। ਇਹਦੇ ਨਾਲ ਇੱਕ ਹੈਗੇ ਨੇ ਉਹ ਪਦਵੀ ਜਿਹੜੀਆਂ ਪੰਥ ਵੱਲੋਂ ਪ੍ਰਵਾਨਿਤ ਕੀਤੀਆਂ ਜਾਂਦੀਆਂ, ਜਿਵੇਂ ਜੇ ਕਿਸੇ ਨੂੰ ਉਹਦੀ ਪੰਥ ਦੀ ਸੇਵਾ ਦੇ ਤੌਰ ਤੇ ਕੋਈ ਰੁਤਬਾ ਦੇਣਾ ਤੇ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਦਿੰਦੇ ਨੇ, ਜਿਵੇਂ ਕਿ ਪੰਥ ਰਤਨ ਭਾਈ ਸੰਤ ਸਿੰਘ ਜੀ, ਗਿਆਨੀ ਸੰਤ ਸਿੰਘ ਜੀ ਮਸ਼ਕੀਨ, ਬ੍ਰਹਮ ਗਿਆਨੀ ਸੰਤ ਸਿੰਘ ਜੀ, ਪੰਥ ਰਤਨ ਦਾ ਖਿਤਾਬ ਅਕਾਲ ਤਖਤ ਦੇ ਜਥੇਦਾਰ ਤੋਂ ਦਿੱਤਾ ਜਾ ਰਿਹਾ ਹੈ। ਦੂਸਰਾ ਇੱਕ ਖਿਤਾਬ ਦਿੱਤਾ ਜਾ ਰਿਹਾ ਹੈ ਦੇਸ਼ ਦੇ ਰਾਸ਼ਟਰਪਤੀ ਨੂੰ, ਹਰ ਧਰਮ ਦੇ ਵਰਗ ਨੂੰ ਦਿੱਤਾ ਜਾ ਰਿਹਾ ਹੈ। ਉਹਦੇ ਵਿੱਚ ਜਿਵੇਂ ਪਦਮ ਭੂਸ਼ਣ ਭਾਈ ਨਿਰਮਲ ਸਿੰਘ ਜੀ ਖਾਲਸਾ ਗੁਰੂ ਕੇ ਕੀਰਤਨੀ, ਇਹ ਉਹਨਾਂ ਵੱਲੋਂ ਸਨਮਾਨਿਤ ਹੋਏ। ਇਹ ਰੁਤਬੇ ਸਿੱਖ ਪੰਥ ਦੇ ਦੂਸਰੇ ਹਿੱਸੇ। ਸਾਡੀ ਬੇਨਤੀ ਹੁੰਦੀ ਹੈ ਕਿ ਇਹ ਜਿਹੜਾ ਵਰਗ ਹੈ, ਇਹ ਵਰਗ ਪਹਿਲੇ ਗ੍ਰੰਥੀ ਪਾਠੀਆਂ ਦੇ ਜਿਵੇਂ 50-60% ਉਹਨਾਂ ਦਾ ਜੀਵਨ ਸਿੱਖੀ 'ਚ ਢਲਿਆ, ਇਹਨਾਂ ਦਾ 75-70% ਜੀਵਨ ਢਲਿਆ ਹੋਣਾ ਚਾਹੀਦਾ। ਤੇ ਇਹਨਾਂ ਦੋਹਾਂ ਵਰਗਾਂ ਦਾ ਇੱਕੋ ਹੀ ਪ੍ਰਯੋਜਨ ਹੈ ਕਿ ਖਾਲਸਾ ਪੰਥ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ, ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ, ਇਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਦੂਸਰੀ ਹੈ ਕਿ ਜਿਹੜੇ ਪਬਲਿਕਲੀ ਖਿਤਾਬ ਦਿੱਤੇ ਜਾਂਦੇ ਨੇ ਲੋਕਾਂ ਵੱਲੋਂ, ਉਹਦੇ ਬਾਰੇ ਅਸੀਂ ਸੋਚਦੇ ਹਾਂ ਕਿ ਮੈਂ ਈਸਾਈ ਧਰਮ ਨੂੰ ਥੋੜਾ ਦੇਖਿਆ, ਉਹਦੇ 'ਚ ਜੇ ਕਿਸੇ ਨੂੰ ਸੰਤ ਦਾ ਵੀ ਖਿਤਾਬ ਦਿੱਤਾ ਤੇ ਕੇਵਲ ਇੱਕ ਪੋਪ ਦਿੰਦਾ, ਪਰ ਕੋਈ ਬੰਦਾ ਸੰਤ ਨਹੀਂ ਕਿਸੇ ਨੂੰ ਬਣਾਉਂਦਾ। ਇਸ ਕਰਕੇ ਅੱਜ ਕੁਝ ਐਸੀਆਂ ਸਾਡੇ ਸਮਾਜ ਵਿੱਚ ਐਸੀਆਂ ਗੱਲਾਂ ਚੱਲਦੀਆਂ ਨੇ ਜਿਹਦੇ ਕਰਕੇ ਆਮ ਲੋਕਾਂ ਨੂੰ ਇਹਨਾਂ ਬਾਰੇ ਕੱਖ ਨਹੀਂ ਪਤਾ ਹੁੰਦਾ। ਕਿ ਜਿਵੇਂ ਸੰਤ ਦੀ ਪਰਿਭਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇਣਗੇ, ਉਹ ਬੰਦਾ ਆਪਣੇ ਅੰਦਰ ਝਾਤੀ ਮਾਰ ਕੇ ਦੇਖੇ ਕਿ ਉਹਦੇ ਤੇ ਗੱਲ ਕਿਉਂ ਹੁੰਦੀ ਹੈ, ਜਿਵੇਂ ਕਿ ਜਿਨ੍ਹਾਂ ਸਾਸ ਵਿਰਾਸ ਨਾ ਵਿਸਰੈ ਹਰ ਨਾਮਾ ਮਨ ਮਨ ਧਨ ਸੇ ਸਈ ਨਾਨਕਾ ਪੂਰਨ ਸੋਏ ਸੰਤ। ਉਹ ਧਨਤਾ ਜੋਗ ਨੇ ਜਿਨ੍ਹਾਂ ਨੂੰ ਨਾਮ ਰੋਟੀ ਖਾਂਦਿਆਂ ਪਰਮਾਤਮਾ ਭੁੱਲਦਾ, ਨਾ ਸਾਹ ਅੰਦਰ ਲੈਂਦਿਆਂ ਨਾ ਬਾਹਰ ਲੈਂਦਿਆਂ ਪਰਮਾਤਮਾ ਭੁੱਲਦਾ, ਉਹ ਧਨਤਾ ਜੋਗ ਨੇ ਗੁਰੂ ਘਰ ਵਿੱਚ। ਇਸ ਕਰਕੇ ਗੁਰੂ ਪਿਆਰਿਓ, ਦੂਸਰੀ ਬੇਨਤੀ ਹੈ ਕਿ ਦਾਸ ਨਾ ਕੋਈ ਸੰਤ ਹੈ, ਨਾ ਕੋਈ ਬਾਬਾ ਜੀ ਹੈ, ਨਾ ਕੋਈ ਮੈਂ ਗਿਆਨਵਾਨ ਹਾਂ, ਨਾ ਮੈਂ ਕਥਾ ਵਾਚਕ ਹਾਂ, ਨਾ ਕੋਈ ਮੈਂ ਪਾਠੀ ਗ੍ਰੰਥੀ ਦੀ ਮੇਰੀ ਜ਼ਿੰਮੇਵਾਰੀ ਐਸੀ ਮੇਰੇ 'ਚ ਕੋਈ ਵੀ ਗੁਣ ਨਹੀਂ ਹੈ। ਸਿਰਫ ਮੈਂ ਗੁਰੂ ਨਾਨਕ ਦੇ ਦਰ ਦਾ ਨਿਮਾਣਾ ਜਾਂ ਆਪੇ ਬਣਿਆ ਪੁੱਟਾ ਪਟਿਆ, ਉਹ ਲੋਕਾਂ 'ਚ ਮਾੜੀ ਮੋਟੀ ਜਾ ਕੇ ਗੁਰੂ ਪੰਥ ਦੀ ਹੋਕਾ ਦੇ ਦਿੰਦੇ। ਉਹ ਵੀ ਤਾਂ ਮਿਲਣਾ ਜੇ ਤੁਸੀਂ ਦਾਸ ਦੇ ਸਿਰ ਤੇ ਵੇਲ ਭਰਿਆ ਹੱਥ ਰੱਖੋ, ਮੇਰੇ ਵਾਸਤੇ ਤੁਸੀਂ ਗੁਰੂ ਦੇ ਸਰੂਪ ਹੋ, ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਦੂਸਰੇ ਨੇ ਸਿੱਖ ਕੌਮ ਨੂੰ ਲੀਡ ਕਰਨ ਵਾਲੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਨੂੰ ਅਸੀਂ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ। ਤੀਸਰੀ ਹੈ ਉਹ ਸ਼ਕਤੀ ਜਿਹਨੂੰ ਅਸੀਂ ਮੰਨਦੇ ਹਾਂ ਆਦਿ ਸੱਚ ਜੁਗਾਦ ਸੱਚ, ਪਰਿਪੂਰਨ ਸਰਵਵਿਆਪਕ ਪਰਿਪੂਰਨ ਪਰਮਾਤਮਾ। ਸੋ ਇੱਥੇ ਤਿੰਨੇ ਸ਼ਕਤੀਆਂ ਮੌਜੂਦ ਨੇ। ਤੁਸੀਂ ਸੰਗਤ ਰੂਪ ਵਿੱਚ ਬੈਠੇ ਹੋ, ਗੁਰੂ ਪਾਤਸ਼ਾਹ ਹਾਜ਼ਰ ਨਾਜ਼ਰ ਨੇ, ਪਰਮਾਤਮਾ ਸਦੇ ਹਮੇਸ਼ਾ ਹਰ ਕਾਲ ਵਿੱਚ ਹਰ ਜਗ੍ਹਾ ਤੇ ਪਰਿਪੂਰਨ ਹੈ।
सो मेर संगत मेर प्रिया दास के सिर ते हाथ रखो मन करके ते शीश गुरु जी ने झुकाते हुए रसना पवित्र करके दास को हौसला फजाई दो ताकि आप इस सच्ची सेवा निभाई जा सके। गज बज के लाओ जी वाहिगुरू जी का खालसा वाहिगुरू जी की फतेह। गुरु प्यार वालों, जो वीर जी ने शब्द साझा किया पूरी थोड़ी जी व्याख्या सुन गौड़ी माज महला पंजवा। हर राम 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 हर राम 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 हर राम 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 राम। तन तन माता पानी जी, तन माता पानी जी, तन तन श्री गुरु रामदास जी, तन श्री गुरु रामदास जी, तन गुरु अर्जन देव साहिब जी, तन गुरु अर्जन देव साहिब जी, तन तन श्री गुरु ग्रंथ साहिब जी, तन श्री गुरु ग्रंथ साहिब जी। हर राम 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 हर राम 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 वाहिगुरु 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 वाहिगुरु। हे भाई, सदा परमात्मा का नाम जप, सदा उठत बैठत सोबत नाम, कहो नानक जन कै सद काम। वो नाम सिख पंथ विच लैना की तो एक बड़ी अजीब गल है, जिहड़ी गुरु नानक जी तो लैके गुरु गोबिंद राय तक चरण पौल दे के नाम दिता जाता रहा। जिन्नियां मंजियां थापियां गईयां, पीड़े थापे गए, मसंद थापे गए, ये सारे भी सिੱਖੀ ਦੇ प्रचार ਤੇ प्रसार वास्ते थापे गए। ये सारिया संगतां नूं घेर के गुरु घर ते लिआंदे सन ते गुरु पातशाह दे सज्जे पैर दा अंगूठा टोके चरण पौल दे के गुरु पातशाह शब्द दे मंत्र दे दाते बनते सन ते वो फिर मंत्र दसदे सन। फिर संगतां अपनी धर्मशाला, ये गुरुद्वारे नहीं सी हजे बने, संगतां अपने पिंड दी हर पिंड दी धर्मशाला बनी सी। घर घर अंदर धर्मशाल होवे, घर घर अंदर धर्मशाल होवे, कीर्तन सदा वसोवा। घर विच भी ये काम होना ते एक कौमन इकट्ठे होकर संगत के रूप विच भी सवेर ते शाम ये काम होना। ये काम गुरु पातशाह, इस करके असीं सारे इक्को गुरु के सिख बनते गए हैं ते मसंद अपनी जिम्मेवारी तंदे ही नाल निभाते सन। संगतां नूं लिया के गुरु दरबार लिआंदे सन ते संगतां दी कार भेट भी गुरु घर च लिआंदे सन। इस जिम्मेवारी अगे जाके जी प्रक्रिया व्यक्तिगत रूप से, क्योंकि गुरु घर च विरोधता चलती रही है। गुरु नानक देव जी के साहिबजादियां ने श्री चंद ते लक्ष्मीदास ने लैणियां जी दी बराबरी विच थोड़ा जिहा उस योगदान नहीं पाया, उन्होंने ईर्खा की या कुछ भी किया, जां गुरु पातशाह जी की बस्ती सी उहदे कोल जानी सी। इस करके वो थोड़े जे शायद उन्होंने मन च कोई है तो जानते नहीं है। और इस तरीके दातू जी भी विरोधता कर रहे हैं, गुरु अमरदास को लत मार रहे हैं। इस तरीके गुरु रामदास साहब के नाल पिरथी है, इन्हों का जो बड़ा बेटा है मोहन जी इन्होंने ईर्खा करते हैं, इन्होंने आखे मत्था नहीं टेकते रामदास अमरदास तो बाद। ते मोहन जी के बाद जो अर्जन देव जी गुरु बनते हैं तो पिरथी इन्हें सारी जिंदगी विरोधता की, तकड़े होकर की है। राजसी शक्ति वरत के भी अपने आप को गुरु बनता साबित किया गया। अगे सिटिका धीर मलिए राम राजे अगे गुरु घर में खड़ के जेडे मौजूदा गुरु सन उन्हों की विरोधता च खड़े होंगे सन। इस करके संगत नूं गुमराह होने तो बचाने लई जेडे पुराने सिख सन वो गुरु जी के बारे जिन्हें बाबा बुढ़ा जी गद्दी नशीनी की रस्म करते सन, फिर भाई भाना जी उन्होंने साहिबजादे वो गद्दी की रस्म करते रहे। उस फिर सुचेत करते रहे कि गुरु जेडे ने फलाने, क्योंकि उदों मीडिया कोई नहीं सी, कोई होर ऐसा प्रसारण नहीं सी किसी किस्म का। लोगों नूं पिंडों पिंडी जाके सुनेहा देना बहुत औखा सी, इस मौजूदा संगतां नूं पता लग जाता सी। हुण ये जिहड़ा राम राम शब्द वरतिया, ये हिंदू धर्म विच राम एक दो ने, साडा शब्द जिहड़ा हैगा वो हैगा ओ राम, जिहड़ा राम रहा परमात्मा है।
ਤੇ ਹਿੰਦੂ ਧਰਮ ਵਿੱਚ ਰਾਮ ਕਈ ਵਾਰ ਦਸ਼ਰਥ ਦੇ ਬੇਟੇ ਨੂੰ ਵੀ ਕਿਹਾ ਜਾਂਦਾ, ਜਿਹਦੇ ਵਿੱਚ ਗੁਰਬਾਣੀ ਨੂੰ ਕਿਹਾ ਜਾਂਦਾ ਹੈ ਕਿ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਜਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਰੋਵੈ ਰਾਮ ਨਕਾਲਾ ਪਿਆ, ਜਦੋਂ ਦੇਸ਼ ਨਿਕਾਲਾ ਦਿੱਤਾ ਗਿਆ ਦਸ਼ਰਥ ਵੱਲੋਂ, ਸੀਤਾ ਲక్ష్మణ ਵਿਛੜ ਗਏ। ਉਹ ਰਾਮ ਦਾ ਜ਼ਿਕਰ ਉੱਥੇ ਹੈ, ਤੇ ਜਿੱਥੇ ਰਾਮ ਦਾ ਸ਼ਬਦ ਵਰਤਿਆ ਗਿਆ ਉਹ ਸ਼ਕਤੀ ਲਈ ਵਰਤਿਆ ਗਿਆ, ਜਿਹੜੀ ਆਦਿ ਸੱਚ ਹੈ ਜੁਗਾਦ ਸੱਚ, ਉਹਦਾ ਜਾਪ ਕਰਨਾ ਸਿੱਖ ਪੰਥ ਵਿੱਚ। ਉਸ ਤੋਂ ਬਾਅਦ ਪੰਜ ਪਿਆਰਿਆਂ ਦੀ ਸਿਰਜਣਾ ਕਰਕੇ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਕਰਕੇ ਗੁਰੂ ਥਾਪ ਦਿੱਤਾ, ਤਾਂ ਕਿ ਇਹਨਾਂ ਦੀ ਵਿਰੋਧਤਾ 'ਚ ਕੋਈ ਬੰਦਾ ਖੜਾ ਨਾ ਹੋਏ। ਪਰ ਉਹਨਾਂ ਨੂੰ ਜਾਂ ਤਾਂ ਪਤਾ ਸੀ ਜਾਂ ਸਾਡੀ ਕਿਸਮਤ ਮਾੜੀ ਹੈ ਕਿ ਇੱਥੇ ਵੀ ਆ ਕੇ ਮੁੜ ਕੇ ਸਿੱਖ ਪੰਥ 'ਚ ਆਪ ਗੁਰੂ ਬਣ ਕੇ ਨਾਮ ਲੈਣ ਦੀ ਪਰਪਾਟੀ ਜਿਹੜੀ ਅੰਗਰੇਜ਼ ਦੇ ਟਾਈਮ 'ਚ ਚੱਲ ਪਈ ਹੈ, ਜਿਹਦੇ ਕਰਕੇ ਸਾਡੀ ਜਿਹੜੀ ਤਾਕਤ ਸੀ ਉਹ ਖੇਰੂ ਖੇਰੂ ਹੋ ਗਈ ਹੈ। ਸੋ ਗੁਰੂ ਪਾਤਸ਼ਾਹ ਰਹਿਮਤ ਕਰ ਪੰਜ ਪਿਆਰੇ ਸਮੇਂ ਵਿੱਚ ਹੁਣ ਦੇ ਸਮੇਂ ਵਿੱਚ ਸਾਨੂੰ ਗੁਰਮੰਤਰ ਦੀਕਸ਼ਿਤ ਕਰਦੇ ਨੇ, ਉਹੀ ਸਾਨੂੰ ਮੂਲ ਮੰਤਰ ਦੱਸਦੇ ਨੇ। ਉਹ ਫਿਰ ਸਾਨੂੰ ਕਹਿੰਦੇ ਨੇ ਕਿ ਅੱਜ ਤੋਂ ਤੁਹਾਡਾ ਗੁਰੂ ਬਣਿਆ ਸ੍ਰੀ ਗੁਰੂ ਗ੍ਰੰਥ ਸਾਹਿਬ। ਜਿੰਨੇ ਵੀ ਮੇਰੇ ਖਾਲਸਾ ਪੰਥ ਦੇ ਸੰਤ ਮਹਾਂਪੁਰਖ ਨੇ, ਇਹ ਸਾਰੇ ਇਕੱਠੇ ਹੋ ਕੇ ਵੀ ਸਾਨੂੰ ਮੰਤਰ ਨਹੀਂ ਦੱਸ ਸਕਦੇ, ਸਾਨੂੰ ਇਹ ਨਹੀਂ ਕਹਿ ਸਕਦੇ, ਅਸੀਂ ਤੁਹਾਨੂੰ ਰਿਪੀਟ ਕਰਾ ਸਕਦੇ ਹਾਂ, ਪਰ ਅਥਾਰਟੀ ਜਿਹੜੀ ਹੈ ਪੰਜਾਂ ਪਿਆਰਿਆਂ ਕੋਲ ਹੈ। ਉਹ ਕਹਿ ਸਕਦੇ ਨੇ ਕਿ ਅੱਜ ਤੋਂ ਤੁਹਾਡਾ ਗੁਰੂ ਬਣਿਆ ਸ੍ਰੀ ਗੁਰੂ, ਖਾਸ ਯੂਨੀਫਾਰਮ ਹੋਏਗੀ। ਅੱਜ ਤੋਂ ਤੁਹਾਡਾ ਧਰਮ ਦਾ ਪਿਓ ਬਣਿਆ ਗੁਰੂ ਗੋਬਿੰਦ ਸਿੰਘ, ਮਾਂ ਬਣੀ ਮਾਤਾ ਸਾਹਿਬ ਕੌਰ, ਤੇ ਅੱਜ ਤੁਹਾਡਾ ਜਨਮ ਆਇਆ ਕੇਸਗੜ੍ਹ ਸਾਹਿਬ ਦਾ, ਤੇ ਅੱਜ ਤੁਹਾਡਾ ਨਗਰ ਬਣਿਆ ਸ੍ਰੀ ਅਨੰਦਪੁਰ ਸਾਹਿਬ, ਤੇ ਤੁਸੀਂ ਸਾਰੇ ਭਾਈ ਹੈ। ਇਹ ਪਾਰਟੀ ਅੱਗੇ ਤੋੜ ਕੇ ਪੰਜਾਂ ਪਿਆਰਿਆਂ ਤੋਂ ਬਾਅਦ ਅੱਜ ਅਸੀਂ ਉਹਨਾਂ ਕੋਲੋਂ ਸ਼ਬਦ ਦੀ ਜਾਚਨਾ ਕਰਦੇ ਹਾਂ, ਗੁਰੂ ਦਰਬਾਰ 'ਚ ਜਾਚਨਾ ਕਰਦੇ ਹਾਂ, ਗੁਰੂ ਸੰਗਤਾਂ ਵਿੱਚ ਬੈਠ ਕੇ ਸਾਡੇ ਅੰਦਰ ਤਮੰਨਾ ਪੈਦਾ ਹੁੰਦੀ ਹੈ ਕਿ ਮੈਂ ਵੀ ਇਹ ਨਾਮ ਜਪਾਂ ਦੀ ਨਾਮ ਦੀ ਇੰਨੀ ਮਹਿਮਾ ਗਾਈ ਹੋਈ ਹੈ। ਉਹ ਫਿਰ ਇਸ ਤਰੀਕੇ ਨਾਲ ਸਿਧਾਰਨ ਕਰਦੇ ਹਾਂ, ਜਿਹਦੇ ਬਾਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਭਾਈ ਸਦਾ ਪਰਮਾਤਮਾ ਦਾ ਨਾਮ ਜਪ। ਬਾਕੀ ਧਰਮਾਂ ਦੇ ਆਪੋ ਆਪਣੇ ਨਾਮ ਨੇ, ਜਿਵੇਂ ਕੋਈ ਈਸਾਈ ਨੇ ਹਾਲੇਲੂਇਆ ਕਰਦੇ ਨੇ, ਪਰ ਪਹਿਲਾਂ ਉਹ ਧਰਮ ਵਿੱਚ ਰਲਦੇ ਨੇ, ਉਹਨਾਂ ਨੂੰ ਪਾਣੀ 'ਚ ਗੁੱਟਾ ਦੇ ਕੇ। ਇਹ ਸਾਡੇ ਗੁਰਦਾਸਪੁਰ 'ਚ ਬੜੀ ਗੱਲ ਸੁਣੀ ਹੈ ਕਿ ਸਾਡੀ ਮੀਡੀਆ 'ਚ ਗੱਲ ਜਾ ਰਹੀ ਹੈ ਕਿ ਗੁਰਦਾਸਪੁਰ 'ਚ ਕਾਫੀ ਜਿਹੜੇ ਸਿੱਖ ਸਮੁਦਾਇ ਦੇ ਲੋਕ ਨੇ ਉਹ ਈਸਾਈ ਬਣਦੇ ਜਾਂਦੇ। ਮੈਂ ਇਸ ਗੱਲ ਨੂੰ ਅਰਥ ਨਹੀਂ ਮੰਨਦਾ, ਹੋ ਸਕਦਾ ਹੈ ਕਿਉਂਕਿ ਮੈਂ ਇਹਦੇ ਪਾਸੇ ਦੇਖਿਆ ਹਰਪ੍ਰਤ ਧੋਈ ਦਾ ਸਿੱਖਾਂ ਦਾ ਮੁੰਡਾ ਦਸਤਾਰ ਸਜਾ ਕੇ ਪਾਸਟਰ ਬਣਿਆ ਹੋਇਆ, ਉਹਨੇ ਇੱਕ ਸਕੂਲ ਖੋਲਿਆ ਹੋਇਆ। ਪਰ ਦੂਸਰੇ ਪਾਸੇ ਅਸੀਂ ਵੀ ਘੱਟੋ ਘੱਟ ਜਥੇਬੰਦੀ ਦੇ ਵਿੱਚ ਆ ਕੇ 5-7 ਬੰਦੇ ਜਿਹੜੇ ਈਸਾਈ ਮਿਸ਼ਨ ਨਾਲ ਜੁੜੇ ਸੀ, ਉਹਦੀ ਖੰਡੇ ਦੀ ਬੋਲ ਵੀ ਛੱਡੀ ਹੋਈ ਹੈ। ਅਸੀਂ ਉਹ ਗੱਲ ਤਾਂ ਕਿਸੇ ਨਾਲ ਕੀਤੀ ਨਹੀਂ ਹੋਈ, ਤੇ ਉਹ ਗੱਲ ਇਹਦੇ ਨਾਲ ਲੋਕਾਂ 'ਚ ਇਨਵੋਲਵ ਹੁੰਦੇ ਨੇ। ਇਹ ਮੈਂ ਜ਼ਰੂਰ ਕਹੂੰਗਾ ਕਿ ਉਹਨਾਂ ਧਰਮਾਂ 'ਚ ਜਿਹੜੇ ਲੋਕ ਰਲਦੇ ਨੇ ਸਿੱਖ ਸਮੁਦਾਇ ਦੇ, ਉਹਨਾਂ ਵੀਰਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਸਿੱਖ ਸਮੁਦਾਇ ਵਿੱਚ ਉਹਨਾਂ ਨੂੰ ਲੜਕੀ ਨਹੀਂ ਦਿੱਤੀ ਜਾਏਗੀ, ਉਹਨਾਂ ਦੇ ਆਨੰਦ ਕਾਰਜ ਨਹੀਂ ਕੀਤੇ ਜਾਏਗੇ, ਉਹਨਾਂ ਦੇ ਘਰੇ ਕੋਈ ਵੀ ਸਿੱਖ ਜਾ ਕੇ ਕਿਸੇ ਖੁਸ਼ੀ ਗਮੀ ਵਿੱਚ ਸਾਂਝ ਨਹੀਂ ਪਾਏਗਾ। ਉਦਾਂ ਪਿਆਰ ਮੁਹੱਬਤ ਕਰਕੇ ਜਾਣਾ ਮੈਂ ਨਹੀਂ ਕੁਝ ਵੀ ਕਹਿ ਸਕਦਾ, ਪਰ ਧਰਮ ਦੇ ਲਹਿਜੇ ਸਾਹਮਣੇ ਪਾਬੰਦੀ ਹੁੰਦੀ ਹੈ, ਜਿਹਦੇ ਕਰਕੇ ਉਹਨੂੰ ਅਹਿਸਾਸ ਕਰਾਉਣਾ ਹੁੰਦਾ। ਉਹਦੀ ਮਾਮੀ, ਉਹਦੀ ਚਾਚੀ, ਉਹਦੀ ਤਾਈ ਜਿਹੜੀ ਸਾਡੇ ਸਮਾਜ ਵਿੱਚ ਹੈ, ਉਹਨੇ ਸਾਰਾ ਹੀ ਉਹਨੂੰ ਸਿੱਖਣਾ ਹੁੰਦਾ ਵੀ ਹੁਣ ਤੂੰ ਉਹਨਾਂ ਵਿੱਚ ਵਰਤ ਤੇ ਉਹਨਾਂ ਨਾਲ ਇਹ ਕੰਮ ਕਰ। ਇਹ ਹਜੇ ਸਾਡੀ ਕੌਮ ਵਿੱਚ ਜਾਗਰਤ ਨਹੀਂ ਆਈ, ਨਾ ਇਹ ਜਾਗੇ ਨੇ ਕਿ ਅਸੀਂ ਕਿੱਦਾਂ ਗੁਰੂ ਵਾਲੇ ਬਣਨਾ। ਇਸ ਕਰਕੇ ਵਿਚਾਰੇ ਮੜੀਆਂ ਤੇ ਵੀ ਮੱਥਾ ਟੇਕਦੇ ਨੇ, ਕਬਰਾਂ ਤੇ ਵੀ ਜਾਂਦੇ ਨੇ, ਇਹ ਥਾਂ ਥਾਂ ਤੇ ਗੁੱਜਰਾਂ ਕੋਲੋਂ ਪੇੜੇ ਵੀ ਕਰਾਉਂਦੇ ਨੇ, ਇਹ ਬਾਹਮਣਾਂ ਕੋਲੋਂ ਜਾ ਕੇ ਪੱਤਰੀਆਂ ਵੀ ਖਿਲਾਉਂਦੇ ਨੇ। ਜਿਹੜੀਆਂ ਸਿੱਖ ਰਹਿਤ ਮਰਿਆਦਾ 'ਚ ਸਾਰੀਆਂ ਚੀਜ਼ਾਂ ਖਤਮ ਕੀਤੀਆਂ ਹੋਈਆਂ, ਉਹ ਹਜੇ ਵੀ ਕੌਮ ਦਾ ਬਹੁਤ ਹਿੱਸਾ ਉਹਨਾਂ ਗੱਲਾਂ 'ਚ ਜਿਹੜਾ ਜਾ ਰਿਹਾ, ਕਿਉਂਕਿ ਇਹਨਾਂ ਨੂੰ ਰਹਿਤ ਮਰਿਆਦਾ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ। ਉਸ ਸਿੱਖ ਦੀ ਪਰਿਭਾਸ਼ਾ ਨਹੀਂ ਦੱਸੀ ਜਾਂਦੀ, ਜਨਮ ਸੰਸਕਾਰ ਨਹੀਂ ਦੱਸਿਆ ਜਾਂਦਾ, ਆਨੰਦ ਸੰਸਕਾਰ ਨਹੀਂ ਦੱਸਿਆ ਜਾਂਦਾ, ਇਸ ਤਰੀਕੇ ਨਾਲ ਪੌੜ ਛਪੜੀਏ ਸੰਸਕਾਰ ਨਹੀਂ ਦੱਸਿਆ ਜਾਂਦਾ। ਬੰਦੇ ਮ੍ਰਿਤਕ ਸੰਸਕਾਰ ਕਿਵੇਂ ਕਰਨਾ ਜਦੋਂ ਸਿੱਖਾਂ ਦਾ ਪੁਰਾਣੀ ਚੜ੍ਹਾਈ ਕਰਦੇ, ਕੱਖ ਨਹੀਂ ਦੱਸਿਆ ਜਾਂਦਾ। ਇਸ ਕਰਕੇ ਬਹੁਤ ਲੋਕ ਨੇ ਜਿਹੜੇ ਹਿੰਦੂਆਂ ਵਾਲੇ ਹੀ ਸੰਸਕਾਰ ਹਜੇ ਤੱਕ ਕਾਫੀ ਕਰਦੇ ਨੇ, ਜਦੋਂ ਕਿ ਅਸੀਂ ਬਿਲਕੁਲ ਖਾਲਸਾ ਪੰਥ ਕਿੰਨੀ ਵਾਲੀ ਚੀਜ਼ ਹੈ। ਅਗਲੀ ਪੰਕਤੀ ਹੈਗੀ ਇਹ, ਜਪ ਪੂਰਨ ਹੋਏ ਕੰਮ, ਜਪ ਪੂਰਨ ਹੋਏ ਕੰਮ, ਪੂਰਨ ਹੋਏ ਕੰਮ, ਜਪ ਪੂਰਨ ਹੋਏ ਕੰਮ। ਵਾਹਿਗੁਰੂ 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 ਵਾਹਿਗੁਰੂ। ਇਸ ਸ਼ਬਦ ਦੀ ਰਹਾਉ ਦੀਆਂ ਪੰਕਤੀਆਂ ਨੇ। ਰਹਾਉ ਜਿੱਥੇ ਲੱਗਿਆ ਹੋਗਾ ਉਹਦਾ ਮਤਲਬ ਠਹਿਰਾ ਹੈ,
ਰਾ ਦਾ ਮਤਲਬ ਸਾਰੇ ਸ਼ਬਦ ਦਾ ਕੇਂਦਰੀ ਭਾਗ ਇਹਨਾਂ ਦੋ ਪਖਤਿਆਂ 'ਚ ਹੈ, ਜੋ ਪਹਿਲਾਂ ਆਪਾਂ ਜੋ ਪੜ੍ਹੀਆਂ ਨੇ। ਪਹਿਲੀ ਹੈਗੀ ਹੈ ਹਰ ਰਾਮ 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 ਰਾਮਾ ਜਪ ਪੂਰਨ ਹੋਏ ਕੰਮ। ਇਹਦੇ ਆਲੇ ਦੁਆਲੇ ਸਾਰਾ ਸ਼ਬਦ ਚੱਲੇਗਾ, ਜਿਹਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਨਾਮ ਜਪ ਕੇ ਸਾਰੇ ਕੰਮ ਸਫਲ ਹੋ ਜਾਂਦੇ ਨੇ। ਨਾਮ ਜਪ ਕੇ ਸਾਰੇ ਕੰਮ ਦੋ ਹੀ ਨੇ, ਇੱਕ ਲੋਕ ਦੇ ਨੇ, ਇੱਕ ਪਰਲੋਕ ਦੇ ਨੇ। ਲੋਕ ਦੇ ਕੰਮ ਵੀ ਸਫਲੇ ਹੋਣਗੇ ਤੇ ਪਰਲੋਕ ਵੀ ਸਫਲਾ ਹੋਏਗਾ, ਜਿਹਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਲੋਕ ਸੁਖੀਏ ਪਰਲੋਕ ਸੁਖੀਏ। ਹਲਤ ਪਲਤ ਪ੍ਰਭ ਦੋਏ ਸੁਆਲੇ। ਹਲਤ ਆ ਲੋਕ, ਪਦ ਜਿੱਥੇ ਮਰ ਕੇ ਰੂਹਾਂ ਜਾਂਦੀਆਂ ਨੇ। ਅੱਜ ਲੋਕਾਂ 'ਚ ਅਸਲ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿ ਮਰਨ ਤੋਂ ਬਾਅਦ ਕੋਈ ਧਰਮਰਾਜ ਨਹੀਂ ਹੁੰਦਾ, ਕੋਈ ਗਿਆਨੀ ਰੂਹ ਜਾਂਦੀ, ਐਵੇਂ ਇਹ ਸਾਰਾ ਪਖੰਡ ਕੀਤਾ ਵਾ। ਸਿੱਖਾਂ ਦੇ ਲੋਕ ਐਸਾ ਪ੍ਰਚਾਰ ਕਰਦੇ ਨੇ ਜਿਹੜਾ ਅੱਜ, ਕਿਉਂਕਿ ਇੱਕ ਪ੍ਰਚਾਰਕ ਲੋਕਾਂ ਨੂੰ ਸਹੀ ਰਸਤੇ ਦੀ ਦਿਸ਼ਾ ਵੀ ਦੇ ਸਕਦਾ ਤੇ ਲੋਕਾਂ ਨੂੰ ਗਲਤ ਰਸਤੇ ਵੀ ਪਾ ਸਕਦਾ। ਇਸ ਕਰਕੇ ਜਿਹੜਾ ਪ੍ਰਚਾਰਕ ਬਣਨਾ ਚਾਹੀਦਾ ਸੀ ਉਹ ਕੌਮ ਵੱਲੋਂ ਤਸਦੀਕ ਹੋ ਕੇ ਪ੍ਰਚਾਰਕ ਹੋਣਾ ਚਾਹੀਦਾ ਸੀ ਵੀ ਇਹ ਬੰਦਾ ਇਸ ਦਾਇਰੇ ਵਿੱਚ ਰਹਿ ਕੇ ਪ੍ਰਚਾਰ ਕਰੇਗਾ। ਇਹ ਕੌਮ ਸੁੱਤਿਆਂ ਦੀ ਹੈ, ਅਜੇ ਕੌਮ ਦੇ ਲੋਕ ਜਾਗੇ ਨਹੀਂ ਗਏ ਹੈ, ਨਾ ਇਹਨਾਂ 'ਚ ਕੌਮੀ ਪਿਆਰ ਰਹਿਣ ਦਿੱਤਾ ਵਾ। ਇਸ ਕਰਕੇ ਸਾਨੂੰ ਦੁੱਖ ਹੈ। ਅਸੀਂ ਤੁਹਾਡੇ ਚਰਨਾਂ 'ਚ ਇਹੋ ਬੇਨਤੀਆਂ ਕਰਦੇ ਹਾਂ ਵੀ ਇਹ ਸੌਖੀ ਜੀ ਗੱਲ ਨਹੀਂ। ਮਸਾਂ ਤੁਹਾਨੂੰ ਮਨੁੱਖਾ ਜਨਮ ਮਿਲਿਆ, ਇਹ ਜਨਮ ਕਿਸੇ ਖਾਸ ਮਕਸਦ ਵਾਸਤੇ ਮਿਲਿਆ ਜਿਹੜਾ ਗੁਰੂ ਪਾਤਸ਼ਾਹ ਤੁਹਾਨੂੰ ਸਮਝਾ ਰਿਹਾ। ਇਸ ਕਰਕੇ ਜਿੰਨਾ ਚਿਰ ਤੱਕ ਤੁਸੀਂ ਜਾਗੋਗੇ ਨਾ ਅੱਛੇ ਤਰੀਕੇ ਨਾਲ, ਨਸ਼ੇ ਨਾ ਬੰਦ ਕਰੋਗੇ, ਥਾਂ ਥਾਂ ਤੇ ਧੱਕੇ ਖਾਣੋਂ ਨਾ ਹਟੋਗੇ। ਤੇ ਗੁਰੂ ਪਾਤਸ਼ਾਹ ਦੀ ਬਾਣੀ ਪੰਜਾਬੀ 'ਚ ਕਿਉਂ ਲਿਖੀ ਹੈ? ਤਾਂ ਕਿ ਤੁਸੀਂ ਸਾਰੇ ਲੋਕ ਇਹਨੂੰ ਪੜ੍ਹੋ, ਕਿਉਂਕਿ ਬਾਹਮਣ ਨੇ ਸੰਸਕ੍ਰਿਤ ਕਿਸੇ ਹੋਰ ਬੰਦੇ ਨੂੰ ਦਿੱਤੀ ਨਹੀਂ, ਆਪ ਸੰਸਕ੍ਰਿਤ ਰੱਖੀ ਆਪਣੇ ਕੋਲ। ਤੇ ਇਸ ਕਰਕੇ ਗੁਰੂ ਪਾਤਸ਼ਾਹ ਨੇ ਸਾਡੇ ਤੇ ਪਰਉਪਕਾਰ ਕਰਕੇ ਸਾਡੀ ਬੋਲੀ ਵਿੱਚ ਪੰਜਾਬੀ 'ਚ ਪਹਿਲਾ ਦੁਨੀਆ ਦਾ ਗ੍ਰੰਥ ਹੈ ਜਿਹੜਾ ਸਾਰੀ ਦੁਨੀਆ ਵਿੱਚ ਰਚਾਇਆ ਹੋਇਆ ਹੈ। ਪਰ ਅੱਜ ਪੰਜਾਬ ਦੇ ਸਿੱਖਾਂ 'ਚ ਇਹਦੀ ਕੋਈ ਜ਼ਿਆਦਾ ਇੱਜ਼ਤ ਸਤਿਕਾਰ ਨਹੀਂ। ਇਹ ਨਹੀਂ ਮੈਂ ਕਹਿੰਦਾ ਵੀ ਸਿੱਖ ਮੱਥਾ ਨਹੀਂ ਟੇਕਦੇ, ਸਿੱਖ ਮੱਥਾ ਟੇਕਦੇ ਨੇ। ਇਹ ਨਹੀਂ ਮੈਂ ਕਹਿੰਦਾ ਵੀ ਸਿੱਖ ਲੰਗਰ ਨਹੀਂ ਲਾਉਂਦੇ, ਸਿੱਖ ਲੰਗਰ ਲਾਉਂਦੇ ਨੇ। ਇਹ ਨਹੀਂ ਮੈਂ ਕਹਿੰਦਾ ਵੀ ਸਿੱਖ ਆਪਣੇ ਬਜ਼ੁਰਗਾਂ ਦੇ ਦਿਨ ਦੀ ਦਿਹਾੜੇ ਨਹੀਂ ਮਨਾਉਂਦੇ, ਗੁਰਪੁਰਬ ਮਨਾਉਂਦੇ ਨੇ। ਪਰ ਜਿਹੜੀ ਸਿਧਾਂਤ ਹੈ ਸਿੱਖੀ ਦਾ ਤੇ ਸੱਚ ਬੋਲਣਾ, ਕਿਸੇ ਦਾ ਹੱਕ ਨਹੀਂ ਖਾਣਾ, ਨਸ਼ੇ ਨਹੀਂ ਲੈਣੇ, ਕੇਸਾਂ ਦਾ ਸਤਿਕਾਰ ਰੱਖਣਾ, ਆਪੋ ਜੀ ਫਤਿਹ ਬੁਲਾਣੀ, ਪੰਜ ਕੱਕੇ ਰੱਖਣੇ, ਚਾਰ ਪੰਜ ਕਰਾਤਾ ਤੋਂ ਬਚਣਾ, ਤੇ ਇਹ ਜਿਹੜੀਆਂ ਆਨੰਦ ਸੰਸਕਾਰ ਏਦਾਂ ਕਰਨਾ ਤੇ ਗੋਲਕ ਦੀ ਵਰਤੋਂ ਏਦਾਂ ਕਰਨੀ ਹੈ। ਇਹ ਜਿਹੜੇ ਸਾਡੇ ਸਿਧਾਂਤ ਨੇ ਉਹ ਸਿੱਖ ਲੋਕਾਂ ਨੂੰ ਹਜੇ ਤੱਕ ਪਿੰਡਾਂ ਵਿੱਚ ਪਤਾ ਨਹੀਂ ਲੱਗਿਆ। ਇਸ ਕਰਕੇ ਨੌਜਵਾਨ ਵਰਗ ਸਿੱਖੀ ਤੋਂ ਮੂੰਹ ਮੋੜ ਕੇ ਕੇਸ ਕਟਾ ਰਿਹਾ, ਜਾਂ ਹੋਰ ਨਸ਼ਿਆਂ 'ਚ ਪ੍ਰਵਿਰਤ ਹੋ ਰਿਹਾ, ਜਾਂ ਹੋਰ ਗਲਤ ਮੀਡੀਆ 'ਚ ਜਾ ਕੇ ਆਪਣੇ ਸਮਾਜ ਦਾ ਘਾਣ ਬੱਚਾ ਪੀੜ ਰਿਹਾ। ਉਹਨਾਂ 'ਚ ਤਾਕਤ ਨਹੀਂ, ਬੋਡੀ ਨਹੀਂ ਰਹੀ। ਇਸ ਕਰਕੇ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਸਾਨੂੰ ਸਾਰੀਆਂ ਗੱਲਾਂ ਦਾ ਹੀ ਧਿਆਨ ਦੇਣਾ ਪੈਣਾ। ਸਾਡੇ ਨਾਲ ਸਾਡੇ ਆਉਣ ਵਾਲੇ ਬੱਚੇ ਜੁੜੇ ਨੇ, ਸਾਡੇ ਨਾਲ ਸਾਡੇ ਪਿਛਲੇ ਬਜ਼ੁਰਗ ਜੁੜੇ ਨੇ। ਅਸੀਂ ਇੱਕ ਬਿਜਲੀ ਕੜੀ ਹੈ, ਜੇ ਬਿਜਲੀ ਕੜੀ ਮਜ਼ਬੂਤ ਹੋਏਗੀ ਤੇ ਅਗਲੀ ਬਿਜਲੀ ਕੜੀ ਠੀਕ ਚੱਲੇਗੀ। ਜੇ ਬਿਜਲੀ ਕੜੀ ਟੁੱਟ ਜਾਏਗੀ ਤੇ ਅਗਲਿਆਂ ਦਾ ਵੀ ਨੁਕਸਾਨ ਕਰਾਂਗੇ, ਪਿਛਲਿਆਂ ਦਾ ਵੀ ਨੁਕਸਾਨ ਹੋ ਜਾਏਗਾ। ਨਾਮ ਜਪ ਕੇ ਸਾਰੇ ਕੰਮ ਸਫਲ ਹੋ ਜਾਂਦੇ ਹਨ। ਵਾਹਿਗੁਰੂ। ਅਗਲੀ ਪੰਕਤੀ ਹੈ ਜੀ। ਰਾਮ ਗੋਬਿੰਦ ਜਪੇਂਦਿਆ, ਰਾਮ ਗੋਬਿੰਦ ਜਪੇਂਦਿਆ, ਹੋਆ ਮੁਖ ਪਵਿੱਤਰ, ਹੋਆ ਮੁਖ ਪਵਿੱਤਰ, ਹੋਆ ਮੁਖ ਪਵਿੱਤਰ, ਹੋਆ ਮੁਖ ਪਵਿੱਤਰ। ਵਾਹਿਗੁਰੂ 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 ਵਾਹਿਗੁਰੂ। ਇਹ ਭਾਈ ਰਾਮ ਰਾਮ ਗੋਬਿੰਦ ਗੋਬਿੰਦ ਜਪਦਿਆਂ ਮੂੰਹ ਪਵਿੱਤਰ ਹੋ ਜਾਂਦਾ। ਭਾਵ ਜ਼ਬਾਨ ਕਦੇ ਵੀ ਚੂੜੀਆਂ ਕਰਕੇ ਪਵਿੱਤਰ ਨਹੀਂ ਹੋ ਸਕਦੀ, ਹਰ ਟਾਈਮ ਮੂੰਹ 'ਚ ਰਹੇਗੀ। ਪਰ ਇਹ ਜਦੋਂ ਪਵਿੱਤਰ ਹੋਏਗੀ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਨਾਮ ਜਪਤ ਗੋਬਿੰਦ ਕਾ ਸੂਚੀ ਭਾਈ ਰਸਨਾ। ਰਸਨਾ ਪਵਿੱਤਰ ਹੋਏਗੀ ਨਾਮ ਜਪ ਕੇ। ਇਸ ਕਰਕੇ ਕੱਲੀ ਕੱਲੀ ਇੰਦਰੀ ਦੀ ਸਫਲਤਾ ਗੁਰੂ ਪਾਤਸ਼ਾਹ ਸਮਝਾਣਗੇ। ਹੁਣ ਅਗਲੀ ਪੰਕਤੀ ਹੈ ਜੀ। ਮੂੰਹ ਪਵਿੱਤਰ ਹੋ ਜਾਂਦਾ ਹੈ ਹਰ ਜਸ ਸੁਣੀਐ ਜਿਸ ਤੇ, ਹਰ ਜਸ ਸੁਣੀਐ ਜਿਸ ਤੇ, ਸੋਈ ਭਾਈ ਮਿੱਤਰ, ਸੋਈ ਭਾਈ ਮਿੱਤਰ, ਸੋਈ ਭਾਈ ਮਿੱਤਰ, ਸੋਈ ਭਾਈ ਮਿੱਤਰ। ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਪਾਤਸ਼ਾਹ ਨੇ ਆਪਣੇ ਸਿੱਖਾਂ ਲਈ ਭਾਈ ਸ਼ਬਦ ਬੜਾ ਵਰਤਿਆ, ਦੋਸਤ ਮਿੱਤਰ ਸ਼ਬਦ ਵਰਤਿਆ, ਨਾਲ ਨਾਲ ਹੋਰ ਵੀ ਬੜੀ ਸ਼ਬਦਾਵਲੀ ਵਰਤੀ ਹੋਈ ਹੈ।
इस करके किते जन वरत्या होया, किते ये बाणी महापुरख की, पर ये महापुरख नूं उतरी बाणी जी ने उहदा नाम महापुरख रखा हुआ। ये बाणी महापुरख की निज कर वासा, बाणी बिरलो विचार सी, जे को गुरमुख होए। किते गुरमुख कहा, किते सन्मुख कहा, किते गुरसिख कहा, किते संत कहा, किते सिख नूं भाई कहा, किते मित्र कहा, किते जन कहा। ये है गुरु पातशाह कहंदे सोई भाई, सोई भाई मित्र, ਉਹੀ ਸਾਡਾ ਭਰਾ ਹੋਏਗਾ ਦੁਨੀਆ ਵਿੱਚ। ਉਹ ਮਨੁੱਖ ਅਸਲ ਭਰਾ ਹੈ ਜਿਹੜਾ ਦੁਨਿਆਵੀ ਭਰਾ ਹੈ। ਉਹਦਾ ਜ਼ਮੀਨ ਤੋਂ ਲੜ ਪਏਗਾ, ਉਹਦਾ ਮਾਇਆ ਤੋਂ ਲੜ ਪਏਗਾ, ਉਹਦਾ ਮਾੜੀ ਮਾੜੀ ਬੰਨੇ ਤੋਂ ਲੜ ਪਏਗਾ, ਉਹਦਾ ਚ ਲਾਲਚ ਹੈ। ਪਰ ਜਿਹੜਾ ਗੁਰਸਿੱਖ ਹੈ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾ ਪੁੱਤਾਂ ਭਾਈਆਂ। ਇਸ ਕਰਕੇ ਕਹਿੰਦੇ ਨੇ ਇਹ ਜਿੰਨਾ ਪੁਆੜਾ ਸਾਰਾ ਮਾਇਆ ਦਾ, ਉਹ ਮਨੁੱਖ ਅਸਲ ਭਰਾ ਹੈ, ਅਸਲ ਮਿੱਤਰ ਹੈ। ਜਿਸ ਪਾਸੋਂ परमात्मा की सिफत सलाह सुनी जाए, सब पदार्थ सब भला, सब पदार्थ सब भला, सर्व गुणा जिसमाह, सर्व गुणा जिसमाह, सर्व गुणा जिसमाह, सर्व गुणा जिसमाह। वाहिगुरु 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 वाहिगुरु। जिस दे बस विच दुनिया के सारे पदार्थ, सारे फल ते सारे आत्मिक गुण हैं, जिन्हों असीं कहने हैं नानक निर्गुण गुण करे, गुण बनतियां गुण दे। गुणवानां नूं गुण दिंदा परमात्मा, निर्गुणियां नूं भी गुण बख्श दिंदा। ये बख्शदा ਉਹ है, ये नहीं भी ਅਸੀਂ ਕਿਸੇ ਦੀ ਗੁਣ ਪਾ ਦੇਣਾ, ਜਾਂ ਅਸੀਂ ਕਿਸੇ ਦੀ ਕੋਈ ਉਮਰ ਵਧਾ ਦੇਣੀ, ਜਾਂ ਅਸੀਂ ਕਿਸੇ ਦੀ ਕੋਈ ਅੱਖਾਂ ਠੀਕ ਕਰ ਦੇਣੀਆਂ। ਇਹ ਕੁਦਰਤ ਦਾ ਕ੍ਰਿਸ਼ਮਾ ਹੈ। ਸਿੱਖੀ ਧਰਮ ਵਿੱਚ ਭਾਣਾ ਮੰਨਣ ਦੀ ਬਹੁਤ ਹਦਾਇਤ ਹੈ। ਇਹ ਹੈ ਭਾਣੇ ਵਿੱਚ ਸਾਰੀਆਂ ਗੱਲਾਂ। ਤੇ ਜਿਹੜਾ ਗੁਰਸਿੱਖ ਦਾ ਕੰਮ ਹੈ, ਉਹ ਲੋਕਾਂ ਨੂੰ ਸਹੀ ਦਿਸ਼ਾ ਨਿਰਦੇਸ਼ ਦੇ ਕੇ ਗੁਰੂ ਨਾਲ ਜੋੜ ਕੇ ਉਹਦੇ ਜੀਵਨ ਨੂੰ ਉੱਚਾ ਚੁੱਕਣ ਦਾ ਉਹਦਾ ਜ਼ਿੰਮੇਵਾਰੀ ਹੈ। ਹੋਰ ਇਹ ਪ੍ਰਮਾਤਮਾ ਦਾ ਹੁਕਮ ਹੈ ਕਿ ਸਾਰੀ ਸ੍ਰਿਸ਼ਟੀ ਨੂੰ ਜੋ ਦੇ ਰਿਹਾ, ਜਿਹਦੇ ਤੁਸੀਂ ਰੋਜ਼ ਪੜ੍ਹਦੇ ਆ, ਪਵਨ ਗੁਰੂ ਪਾਣੀ ਪਿਤਾ। ਸਭ ਤੋਂ ਪਹਿਲਾਂ ਮਨੁੱਖ ਜੋਨੀ ਵਿੱਚ ਹਵਾ ਚਾਹੀਦੀ ਹੈ, ਪਸ਼ੂਆਂ ਵਿੱਚ ਹਵਾ ਚਾਹੀਦੀ ਹੈ। ਇਹ ਗੁਰੂ ਸਾਡਾ ਇਹਨੂੰ ਥਾਪ ਦਿੱਤਾ ਕਿ ਹਵਾ ਤੋਂ ਬਿਨਾ ਕੋਈ ਵੀ ਬੰਦਾ 2 ਮਿੰਟ ਵੀ ਜੀ। ਬਾਬਾ ਜੀ ਵੀ ਹਵਾ ਤੋਂ ਬਿਨਾ ਜੀਣਾ ਔਖਾ ਹੋ ਜਾਏਗਾ। ਪਵਨ ਗੁਰੂ ਪਾਣੀ ਕੀ ਹੈ? ਪਿਤਾ। ਪਾਣੀ ਤੋਂ ਬਿਨਾ ਹਰ ਮਨੁੱਖ, ਪ੍ਰਾਣੀ ਮਾਤਰ ਦਾ, ਫਸਲ ਆਦਿਕ ਦਾ, ਪਸ਼ੂ ਆਦਿਕ ਦਾ ਜੀਵਨ ਨਿਰਭਰ ਨਹੀਂ ਹੋਏਗਾ। ਇਹ ਪਾਣੀ ਪਿਤਾ ਹੈ। ਤੇ ਮਾਤਾ ਹਿੰਦੂ ਧਰਮ ਵਿੱਚ ਗਊ ਮਾਤਾ ਹੈ। ਸਾਡੀ ਮਾਤਾ ਹੈ ਮਾਤਾ ਧਰਤ ਮਹਤ, ਜਿਹੜੀ ਗਊ ਜਿਹਦੇ ਤੇ ਗੋਬਰ ਕਰੇਗੀ, ਜਿਸ ਧਰਤੀ ਤੇ ਗਊ ਪੱਠੇ ਖਾਏਗੀ, ਜਿਸ ਧਰਤੀ ਤੇ ਗਊ ਤੁਰੇ ਫਿਰੇਗੀ, ਉਹ ਸਾਡੀ ਮਾਤਾ ਹੈ। ਪਵਨ ਗੁਰੂ ਪਾਣੀ ਪਿਤਾ, ਉਹ ਗਊ ਦੀ ਵੀ ਮਾਤਾ ਹੈ। ਮਾਤਾ ਧਰਤ ਮਹਤ। ਅੱਗੇ ਹੈ ਦਿਵਸ ਤੇ ਰਾਤ। दिन के टाइम लोग काम करते हैं, रात को लोग रेस्ट करते हैं। ये दोए है ने खिडावे, इन्हां च जी दौड़ पा के दिन रात खेडते हैं। पर एक चंगी खेड खेडते हैं, एक माड़ी खेड खेडते हैं। झूठ बोलते हैं, ठगियां मारते हैं, दूजे नूं थ्रैट करते हैं, अपने थल्ले ला के रखण दा यतन करते हैं। उन्हां दी गल भुल जांदी है कि मैं छेती ही धरती तो चले जाए। ये गल भुल जाती है कि मेरा भी किते लेखा, सबना का दर लेखा होए, करनी बाचों तरे ना होए। लेखा होना, ये मोदी साहब का भी होना, ये कैप्टन साहब का भी होना, SSP साहब का भी होना, सरपंच साहब का भी होना, जेड़े बाबे नूं पूर्ण ज्ञान नहीं होया उहदा भी होना, ते हर कदाई ये होना। इस करके एक बड़ी गली धर्म के अंदर रखी सी कि हर बंदे दे अंदर गल पक्की आ जाए कि मेरा एक दिन सच्ची दरबार विच लेखा होगा। धर्म राय जब लेखा मंगे क्या मुख लैके जाएगा कि मैं जिंदगी च आ काम नहीं करांगा, झूठ नहीं बोलांगा, किसी का हक नहीं खांगा, किसी के करैक्टर से दाग नहीं लाऊंगा, मैं कदे भी निम्रता नाल अपनी जिंदगी के दिन राम नाम जप के व्यतीत करूंगा, मैं कदे भी ये काम नहीं करूंगा। ये काम लिखे वाले हैं, सेवा करनी, नाम जपना, इन्हां कामां दा ये लेखा पढ़न वाले हैं। एक काम वो ने जेड़ी लेखा पैदा कर दिंदे ने, एक काम वो ने जेड़े लेखे पाड़ दिंदे। चलो इस करके गुरु पातशाह रहमत करन, सब पदार्थ सब फला, सर्व गुणा जिसमा है, जिसके वास्ते दुनिया के सारे पदार्थ, सारे फल
ते सारे आत्मिक गुण हैं। वो है अकाल पुरख वाहिगुरु जिन्होंने सानू रोज चित्ते चलाया गया। सबना जियां का एक दाता सो मैं विसर न जाई। अज तो किसी डॉक्टर भी साड़ी दाढ़ी नहीं ला सकता। असी कटाण नूं काले पै गए हैं, रखण नूं काले नहीं पे। गुरु पातशाह ने सानू सिंह शब्द परतिया। गुरु नानक जी तो लैके गोबिंद राय तक साडे नाम अगर सिंह नहीं आया, अगे जाके साडा एक नाम बन्निया गया। पंजां प्यारियां दे नाम अगर सिंह ला के फिर सानू सिंह दी उपाधि दित्ती गई ते नाल सानू शर्त लाई गई कि तुसीं अज केसगढ़ दे वासी बने हो। अज तो बाद इस परमात्मा दे जेड़े बंदे नाल भी प्रभु भगती करनी है, ਆਪਾਂ ਉਹਨਾਂ ਮਹਾਂਪੁਰਖਾਂ ਦੀ ਰੀਸ ਨਹੀਂ ਕਰ ਸਕਦੇ, ਨਾ ਉਹਨਾਂ ਦੀ ਕੋਈ ਗੱਲ ਕਰਨੀ ਹੁੰਦੀ। ਮੈਨੂੰ ਜ਼ਿਆਦਾ ਅਹਿਸਾਸ ਹੈ ਉਹ ਇੱਕ ਫਕੀਰਾਨੀ ਜ਼ਿੰਦਗੀ ਬਤੀਤ ਕਰਕੇ ਕਹਿੰਦੇ ਫਕੀਰ। ਉਹ ਉਹਨਾਂ ਦੀ ਸ਼ਬਦਾਵਲੀ ਹੁੰਦੀ ਸੀ ਕਿ ਫਕੀਰ ਦੀ ਜਾਤ ਹੈ ਦੋ ਮੰਨੀਆਂ। ਫਕੀਰ ਦੀ ਜਾਤ ਕੀ ਹੈ? ਦੋ ਗੁਲੀਆਂ ਜਾਂ ਦੋ ਮੰਨੀਆਂ। ਇਹ ਫਕੀਰੀ ਸ਼ਬਦ ਹੈ। ਇੱਕ ਤਕੀਆ ਕਹਿੰਦੇ ਹੁੰਦੇ ਸੀ। ਜੇ ਕਿਸੇ ਨੂੰ ਤਕੀਏ ਬੈਠਣ ਦਾ ਮੌਕਾ ਮਿਲ ਜਾਏ, ਜੇ ਕਿਸੇ ਨੂੰ ਤਕੀਏ ਬੈਠਣ ਦਾ तौकिया मुसलमान फकीरां दा हुंदा सी। उत्थे बड़े महीने जिहड़ा हाड़ दा महीना सी जेठ दा, उहदे च नाच हुंदा सी ते कवाली चलदी सी। ये उत्थे जांदे रहे, उहनूं तकिया कहंदे ने। ये कहणगे जे किसी नूं तकिए बैठण दा मौका मिल जाए, गुरुद्वारे दा शब्द नहीं वरते, जे किसी नूं तकिए बैठण दा मौका मिल जाए ते टंगी हत्थ ना लवाए, झाड़ू बटार बन के बैठे। समझाई? ਇਹਦਾ ਮਤਲਬ ਉਹਨਾਂ ਦੀ ਜਿਹੜੀ ਸ਼ਬਦਾਵਲੀ ਸੀ ਉਹ ਸਕਿੱਲ ਨਾਲ ਜੁੜੀ ਸੀ। ਤੇ ਇੱਕ ਫਕੀਰ ਦੀ ਪਰਿਭਾਸ਼ਾ ਸਿੱਖ ਇਤਿਹਾਸ ਦਿੱਤੀ ਹੈ। ਗੁਰੂ ਹਰਗੋਬਿੰਦ ਸਾਹਿਬ ਤੇ ਸਵਾਲ ਕੀਤਾ ਜਾਂਦਾ ਕਿ ਪਾਤਸ਼ਾਹ ਤੁਸੀਂ ਗੁਰੂ ਨਾਨਕ ਦੀ ਗੱਦੀ ਤੇ ਹੋ, ਲੋਕ ਤੁਹਾਡਾ ਬੜਾ ਸਤਿਕਾਰ ਕਰਦੇ ਨੇ, ਤੁਸੀਂ ਨਾਨਕ ਫਕੀਰ ਹੋਇਆ। ਕਹੇ ਨਾਨਕ ਸ਼ਾਹ ਫਕੀਰ। ਭਾਈ ਵਾਲੇ ਦੀ ਸਾਖੀ ਵਿੱਚ ਜਿੱਥੇ ਵੀ ਆਓਗੇ ਨਾ ਸੂਰਾ ਕਲਾਮ ਆਣਗੇ ਜਿਹੜੇ ਗੋਸ਼ ਹੁੰਦੇ ਨੇ ਮੱਕੇ ਵਿੱਚ, ਉੱਥੇ ਕਹੇ ਨਾਨਕ ਸ਼ਾਹ ਫਕੀਰ ਵਰਤਿਆ ਜਾਏਗਾ। ਉਹ ਫਕੀਰ ਹੋਇਆ। ਤੁਸੀਂ ਪਤਨੀਆਂ ਰੱਖੀਆਂ ਨੇ, ਤੁਹਾਡੀ ਔਲਾਦ ਹੈ, ਤੁਸੀਂ ਘੋੜਿਆਂ ਤੇ ਚੜ੍ਹਦੇ ਹੋ, ਸ਼ਸਤਰ ਰੱਖਦੇ ਹੋ, ਨਾਨਕ ਕੋਲੇ ਚੀਜ਼ਾਂ ਨਹੀਂ ਸੀ, ਤੁਸੀਂ ਕਿੱਦਾਂ ਦੇ ਫਕੀਰ ਹੋ? ਤੇ ਮੇਰੇ ਬਾਦਸ਼ਾਹ ਨੇ ਜਵਾਬ ਦਿੱਤਾ ਉਸ ਸ਼ਖਸ ਨੂੰ ਕਿ ਇਸਤਰੀ ਅਮਾਨ। ਇਸਤਰੀ ਕੀ ਹੈ? ਈਮਾਨ। ਅੱਜ ਤੁਸੀਂ ਉਸ ਬੰਦੇ ਨੂੰ ਵੀ ਪ੍ਰੈਸੈਂਟ ਦੇਣ ਲੱਗ ਪਏ ਜਿਹੜਾ ਬੰਦਾ ਵਿਆਹ ਨਹੀਂ ਕਰਾਂਦਾ। ਸਿੱਖ ਧਰਮ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਰੱਖੀ ਹੋਈ ਹੈ ਕਿ ਗ੍ਰਸਤੀ ਹੋ ਕੇ ਨਾਮ ਲੈਣਾ। ਗ੍ਰਸਤ ਧਰਮ ਨੂੰ ਉੱਚੋ ਚੁੱਕਿਆ ਹੋਇਆ। ਕਿਸੇ ਗੁਰੂ ਸਾਹਿਬ ਨੇ ਐਸਾ ਕੰਮ ਨਹੀਂ ਕੀਤਾ ਵੀ ਮੈਂ ਵਿਆਹ ਨਹੀਂ ਕਰਾਂਗਾ। ਤੇ ਜੇ ਉਹਨਾਂ ਕੀਤਾ ਮਹਾਂਦੇਵ ਨੇ ਵੀ ਮੈਂ ਗ੍ਰਸਤ ਧਰਮ ਵਿੱਚ ਇੰਨਾ ਹੀ ਪੈਣਾ ਗ੍ਰਸਤ ਵਿੱਚ, ਉਹਨੂੰ ਗੱਦੀ ਨਹੀਂ ਦਿੱਤੀ ਹੋਈ। ਸ਼੍ਰੀ ਚੰਦ ਨੂੰ ਗੱਦੀ ਨਹੀਂ ਦਿੱਤੀ ਹੋਈ। ਇਹ ਗ੍ਰਸਤੀਆਂ ਦਾ ਧਰਮ ਹੈ। ਇਹਦੇ 'ਚ ਬੜੀ ਸਹਿਜ ਮਾਰਗ ਹੈ। इस करके तुसी कई बार इधर गुमराह हो जाते हैं भी बाबे जी ने ब्याह नहीं कराया, शायद इसी करके बाबा बहुत हाईलाइट हो गया। बाबे की थानू कोई ज्यादा परेशान नहीं है, सिर्फ तुसी लोग जिहड़े ज्यादा है वो चाहते हैं कि साडे काम हो जाण, सानू बीमारी तो राहत मिल जाए बाबा जी को जाके, जां सानू कोई नौकरी मिल जाए, जां साडा कोई बच्चा हो जाए, जां कोई साडी एकदम पैसे बहुत इकट्ठे हो जाण। ये गल्लां तुहाडीआं बाबे नाल सुणीआं होईआं। ਤੁਹਾਡੇ ਤੋਂ ਬਹੁਤ ਘੱਟ ਬੰਦਾ ਹੋਊਗਾ ਜਿਹਨੂੰ ਇਹ ਗੱਲ ਦੀ ਅਹਿਸਾਸ ਹੋਏਗਾ ਵੀ ਇਹਨਾਂ ਲੋਕਾਂ ਕੋਲ ਜਿਹੜੀ ਚੀਜ਼ ਹੁੰਦੀ ਹੈ ਉਹ ਹੁੰਦੀ ਪ੍ਰਭੂ ਭਗਤੀ, ਤੇ ਇਹਨਾਂ ਤੋਂ ਜੇ ਮੰਗਣ ਵਾਲੀ ਚੀਜ਼ ਹੈ ਤਾਂ ਆਹ ਚੀਜ਼ ਮੰਗਣ ਵਾਲੀ ਆ, ਦਵਾਉਣ ਦੀ ਚੀਜ਼ਾਂ ਮੰਗਣ ਵਾਲੀਆਂ ਨਹੀਂ ਹਨ। ਇਸ ਕਰਕੇ ਤੁਸੀਂ ਇਸ ਕਰਕੇ ਨਾਲ ਜੁੜਦੇ ਹੋ ਵੀ ਬਾਬਾ ਜੀ ਸਾਡਾ ਆਹ ਵੀ ਕੰਮ ਕਰੋਗੇ, ਬਾਬਾ ਜੀ ਸਾਡਾ ਆਹ ਵੀ ਕੰਮ ਕਰੋਗੇ, ਜਦੋਂ ਕਿ ਇਹ ਕੰਮਾਂ ਬਾਰੇ ਤੁਹਾਨੂੰ ਹੁਕਮ ਹੈ ਕਿ ਆਪਣ ਹੱਥੀਂ ਆਪਣਾ ਆਪੇ ਹੀ ਕਾਜ। ਅਸੀਂ ਕਣਕ ਬੀਜਾਂਗੇ, ਅਸੀਂ ਕਣਕ ਵੱਢਾਂਗੇ, ਅਸੀਂ ਕਣਕ ਪੀਵਾਂਗੇ, ਤਾਂ ਹੀ ਰੋਟੀ ਬਣੂਗੀ ਤੇ ਤਾਂ ਹੀ ਅੰਦਰ ਰੋਟੀ ਤੁਰ ਕੇ ਜਾਊਗੀ। ਬਾਬਾ ਜੀ ਤਕਨੀਕ ਦੇ ਦੇਣਗੇ ਕਿ ਇਸ ਤਰੀਕੇ ਨਾਲ ਨਾਮ ਜਪਣਾ, ਆ ਜ਼ਿੰਦਗੀ 'ਚ ਧਾਰਨ ਕਰਨਾ। ਜੇ ਕਰ ਗਏ, ਵਚਨ ਮੰਨ ਗਏ ਤਾਂ ਅਸੀਂ ਕਿਸੇ ਕੰਢੇ ਤੇ ਲੱਗਾਂਗੇ, ਜੇ ਮੰਨੇ ਨਹੀਂ ਉੱਥੇ ਸੁੱਟ ਦਿੱਤਾ ਸਭ ਕੁਝ, ਫਿਰ ਆਪਾਂ ਜਿੱਦਾਂ ਦੇ ਆਏ ਉਦਾਂ ਦੇ ਹੀ ਚਲੇ ਜਾਵਾਂਗੇ। ਇਸ ਕਰਕੇ ਗੁਰੂ ਪਿਆਰਿਓ, ਅੱਜ ਸਾਨੂੰ ਇਹਨਾਂ ਗੱਲਾਂ ਨੂੰ ਬਹੁਤ ਸਮਝਣ ਦੀ ਲੋੜ ਹੈ। ਅਗਲੀ ਪੰਕਤੀ ਹੈ ਕਿ ਕਿਉਂ ਗੋਬਿੰਦ ਮਨੋ ਬਸਾਰੀਐ, ਗੋਬਿੰਦ ਮਨੋ ਬਸਾਰੀਐ, ਕਿਉਂ ਗੋਬਿੰਦ ਮਨੋ ਬਸਾਰੀਐ, ਗੋਬਿੰਦ ਮਨੋ ਬਸਾਰੀਐ, ਜਿਸ ਸਿਮਰਤ ਦੁਖ ਜਾਹੈ, ਜਿਸ ਸਿਮਰਤ ਦੁਖ ਜਾਹੈ,
ਵਾਹਿਗੁਰੂ 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 ਵਾਹਿਗੁਰੂ। ਤੇ ਭਾਈ ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਵੀ ਭੁਲਾਣਾ ਨਹੀਂ ਚਾਹੀਦਾ। ਸੰਤ ਕਹਿੰਦੇ ਹੁੰਦੇ ਸੀ ਜਿਵੇਂ ਪੈਸੇ ਜੇਬ ਚ ਪਾਏ ਐ, ਬੱਸ 'ਚ ਬੈਠੇ ਐ ਤੇ ਥੋੜੀ ਦੇਰ ਬਾਅਦ ਆਪਣੀ ਜੇਬ ਨੂੰ ਹੱਥ ਮਾਰ ਦਿੰਦੇ ਕਿਤੇ ਕੋਈ ਕੱਢ ਨਾ ਲੈ ਗਏ। ਏਦਾਂ ਤੁਸੀਂ ਜਦੋਂ ਤੁਰੇ ਜਾਂਦੇ ਆ ਤੁਹਾਡਾ ਧਿਆਨ ਸ਼ਬਦ ਵੱਲ ਹੋਣਾ ਪਏਗਾ ਵੀ ਮੈਨੂੰ ਕਿਤੇ ਨਾਮ ਭੁੱਲ ਨਾ ਗਿਆ। ਕਿਉਂ ਗੋਬਿੰਦ ਮਨੋ ਬਸਾਰੀ ਹੈ। ਜਿਸ ਸਿਮਰਤ ਦੁੱਖ ਜਾਏ ਭੁਲਾਣਾ ਨਹੀਂ ਚਾਹੀਦਾ। ਜਿਸ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਤੁਹਾਨੂੰ ਇੱਥੇ ਬਟਾਲੇ ਵਿੱਚ ਇੱਕ ਬਾਬੇ ਨਾਲ ਖੀਰ ਖਵਾਈ। ਕੀ ਖਵਾਈ? ਖੀਰ 5 ਕਰੋੜ ਦੀ 3 ਦਿਨਾਂ 'ਚ ਵੰਡੀ ਤੇ 3 ਬੰਦਿਆਂ ਦੀ ਮੌਤਾਂ ਹੋਈਆਂ। ਕੋਈ ਭਾਰਤ ਦਾ ਡਾਕਟਰ ਪ੍ਰਸ਼ਾਸਨ ਨਹੀਂ ਆਇਆ, ਪੰਜਾਬ ਦਾ ਨਹੀਂ ਆਇਆ, ਪੂਰੀ ਖੀਰ ਚੈੱਕ ਕੀਤੀ ਜਾਏ ਕਿ ਕਿਹੜੀ ਚੀਜ਼ ਹੈ ਜਿਹਦੀ ਕਰਕੇ ਸਾਰੇ ਬੰਦੇ ਠੀਕ ਹੋਣ ਲੱਗੇ ਆ। ਇਸ ਤਰੀਕੇ ਨਾਲ ਤੁਹਾਨੂੰ ਧਰਮ ਦੇ ਨਾਂ ਤੇ ਲੁੱਟਿਆ ਜਾ ਰਿਹਾ। 5 ਕਰੋੜ 3 ਦਿਨਾਂ ਦੀ ਆਮਦਨ। ਮੈਂ ਸੁਣਿਆ ਰਾਮ ਰਹੀਮ ਦਾ ਹਰ ਬੰਦੇ ਨੂੰ ਕਿਹਾ 1 ਰੁਪਿਆ ਮੇਰੇ ਨਾਮ ਦਾ ਰੋਜ਼ ਕੱਢਣਾ। ਜੇ ਉਹਦਾ ਕੋਈ 5 ਕਰੋੜ ਜੇ ਉਹਨੂੰ ਫੋਲੋ ਕਰਦਾ ਹੈ ਤੇ ਇੱਕ ਦਿਨ ਦੇ ਕਿੰਨੇ ਪੈਸੇ ਬਣਨੇ? 1 ਰੁਪਿਆ ਕੱਢਿਆ। ਕਿੰਨੇ ਕੁ ਦੁਖੀ ਹੈ 1 ਰੁਪਿਆ ਕੱਢਣ ਨੂੰ? ਮੈਨੂੰ ਕੋਈ ਦੁੱਖ ਨਹੀਂਗਾ। ਧਰਮ ਦੇ ਨਾਂ ਤੇ ਤੁਹਾਡੀ ਲੁੱਟ ਹੋਈ, ਰਾਜਨੀਤਿਕ ਨਾਂ ਤੇ ਤੁਹਾਡੀ ਲੁੱਟ ਹੋਈ। ਜਿਹੜੇ ਸਮਾਜਿਕ ਰਸਮਾਂ ਨੇ ਜਿਨ੍ਹਾਂ 'ਚ ਅਸੀਂ ਬੜੀ ਸੰਜੀਦਗੀ ਨਾਲ ਚੱਲਣਾ ਸੀ, ਉਹਦੇ 'ਚ ਤੁਸੀਂ ਲੁੱਟੇ ਗਏ। ਇੱਥੇ 2 ਪੁਆਇੰਟ ਸੀ ਜਿੱਥੇ ਤੁਹਾਨੂੰ ਰਾਹਤ ਮਿਲਣੀ ਸੀ। ਧਰਮ ਨੇ ਤੁਹਾਨੂੰ ਉੱਚੇ ਜੀਵਨ ਤੇ ਲੈ ਕੇ ਜਾਣਾ ਸੀ। ਤੁਸੀਂ ਇੱਥੇ ਵਿਹਲੇ ਹੋ ਗਏ ਕਿ ਗੁਰਦੁਆਰੇ ਜਾ ਕੇ ਮੱਥਾ ਟੇਕ ਲਿਆ। ਬਸ ਹੁਣ ਜੋ ਮਰਜ਼ੀ ਕਰੋ, ਝੂਠ ਬੋਲੋ, ਲੰਗਰ ਲਾ ਦੋ, ਸਾਲ ਦਾ ਇੱਕ ਦਾ ਅਖੰਡ ਪਾਠ ਪੜ੍ਹਾ ਲਓ, ਸੁਣੋ ਕੋਈ ਨਾ। ਤਾਂ ਅੱਜ ਹਾਲਤ ਮਾੜੀ ਹੋਈ ਹੈ। ਕੁੜੀਆਂ ਦੀ ਛੱਡ ਛਡਾਈ ਹੋਣ ਲਈ ਹੈ, ਰਿਸ਼ਤੇ ਲੱਭਣੇ ਔਖੇ ਹੋ ਗਏ। ਸਿੱਖਾਂ ਨੇ ਕੁੜੀ ਸਿੱਖ ਨੂੰ ਦੇਣੀ, ਮੁਸਲਮਾਨ ਨੂੰ ਨਹੀਂ ਦੇਣੀ, ਈਸਾਈ ਨੂੰ ਨਹੀਂ ਦੇਣੀ। ਅੱਗਾ ਸਿੱਖ ਕੋਈ ਸ਼ਰਾਬ ਪੀਂਦਾ, ਕੋਈ ਸਮੈਕ ਲੈਂਦਾ, ਕੋਈ ਕੈਪਸੂਲ ਖਾਂਦਾ, ਕੋਈ ਕਿਤੇ ਤੁਰਿਆ ਸਰਸੇ ਨੂੰ ਤੁਰਿਆ ਸਿੱਖ, ਕੋਈ ਵਿਭਾਗ ਸਿੰਘ ਦੇ ਦੇਰਾਂ ਨੂੰ ਚੌਂਕੀ ਦੇਣ ਤੁਰਿਆ ਹੋਇਆ। ਜਿਹੜੀ ਸੰਗਠਨ ਸੀ ਉਹ ਕਮਜ਼ੋਰ ਪੈ ਗਿਆ। ਲੜਕੀ ਪੜ੍ਹਨ ਤੋਂ ਜ਼ਿਆਦਾ ਨਿਕਲ ਗਈ, ਮੁੰਡਾ ਪੜ੍ਹਨ 'ਚ ਨਲਾਇਕ ਸਾਬਤ ਹੋ ਗਿਆ। ਇਸ ਕਰਕੇ ਸਾਰੇ ਪੁਆੜੇ ਪੈ ਗਏ। ਕਦੇ ਵੀ ਭੁਲਾਣਾ ਨਹੀਂ ਚਾਹੀਦਾ। ਉਸ ਗੋਬਿੰਦ ਨੂੰ ਕਦੇ ਵੀ ਭੁਲਾਣਾ ਨਹੀਂ ਚਾਹੀਦਾ ਜਿਸ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਸਾਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਦੁੱਖ ਭੰਜਨ ਤੇਰਾ ਨਾਮ ਜੀ, ਸਰਬ ਰੋਗ ਕਾ ਔਖਦ ਨਾਮ, ਖੀਰ ਨਹੀਂ ਔਖਦ ਨਾਮ। ਸਾਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਗੁਰਬਾਣੀ ਆਨੰਦ ਸਾਹਿਬ ਜੀ ਕਹਿੰਦੇ ਆ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ। ਤੇ ਗੁਰੂ ਪਾਤਸ਼ਾਹ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਮਿਲ ਆਏ। ਬਾਣੀ ਇੰਨੀ ਅੱਛੀ ਚੀਜ਼ ਸੀ ਤੇ ਦਰਗਾਹ ਤੋਂ ਉਤਰੀ ਸੀ, ਕਿਤੇ ਨਾਲ ਜੁੜ ਕੇ ਅਸੀਂ ਦਰਗਾਹ ਨੂੰ ਜਾਣਾ ਸੀ ਤੇ ਸਾਨੂੰ ਸਿੱਧੀ ਗੱਲ ਦੱਸੀ ਹੈ। ਅੱਜ ਮੇਰੇ ਕੋਲ ਮੁੰਡਾ ਆਇਆ, ਫੌਜੀ ਸੀ, ਉਹ ਕਿਸੇ ਬਾਬੇ ਕੋਲ ਗਿਆ, ਉਹ ਕਹਿੰਦਾ ਵੀ ਐ ਨਾਮ ਜਪਣਾ, ਬੋਰਡ ਤੇ ਉਹਨੂੰ ਲਿਖਾ ਕੇ ਸਮਝਾਤਾ, ਐਡੀ ਤੇਰੀ ਸੁੱਟ ਜਾਣ ਜਾਂਦੀ ਇੱਥੇ ਸਮਝ। ਉਹ ਬਿਲਕੁਲ ਮੇਰੇ ਮਨ ਸ਼ੁਦਾਈ ਹੋ ਗਈ। ਜਿਹੜੀ ਮੈਂ ਉਹਦੀ ਦਵਾਈ ਦੇਖੀ ਹੈ ਉਹ ਨੌਕਰੀ ਛੱਡ ਗਿਆ ਵੀ ਮੈਨੂੰ ਹੁਣ ਰੱਬ ਲੱਭ ਪੈਣਾ। ਉਹ ਸਾਨੂੰ ਸਿੱਧੀ ਜੀ ਗੱਲ ਗੁਰੂ ਨੇ ਦੱਸੀ ਹੋਈ ਹੈ। ਗ੍ਰਸਤੀ ਕਿਉਂ ਕੀਤਾ? ਅਸੀਂ ਟੱਬਰ ਨਹੀਂ ਛੱਡਣਾ, ਸਿੱਧੀ ਗੱਲ ਕੀਤੀ ਹੋਈ ਹੈ ਵੀ ਆਹ ਕੰਮ ਜ਼ਰੂਰੀ ਨੇ। ਸੱਚ ਬੋਲਣਾ, ਕਿਸੇ ਦਾ ਹੱਕ ਨਹੀਂ ਖਾਣਾ, ਕਰੈਕਟਰ ਉੱਚੇ ਰੱਖਣੇ, ਕਦੇ ਵੀ ਕਿਸੇ ਨੂੰ ਦੁਖੀ ਕਰਨ ਦਾ ਯਤਨ ਜੇ ਕਰ ਸਕਦੇ ਭਲਾ ਕਰੋ, ਜੇ ਭਲਾ ਨਹੀਂ ਕਰਦੇ ਬੁਰਾ ਕਦੇ ਵੀ ਨਹੀਂ ਕਰਨਾ। ਤੇ ਇੱਕ ਪ੍ਰਮਾਤਮਾ ਦੇ ਸਿਦਕ ਰੱਖਣਾ, ਆਹ ਨਾਮ ਜਪਣਾ, ਰਸਨਾ ਨਾਲ ਜਪੋ, ਸਿੱਧੀ ਗੱਲ ਲਾਓ, ਅੰਤਰ ਗੁਰ ਰਦ ਜਿਹਵਾ ਜਪ ਗੁਰ ਨੇਤਰੀ ਸਤਿਗੁਰ ਸਰਬਣੀ ਸੁਣਨਾ। ਹੁਣ ਨੇਤਰਾਂ ਨਾਲ ਵੇਖਿਆ ਤਾਂ ਜਾਊਗਾ ਜੇ ਅੱਖਾਂ ਖੁੱਲੀਆਂ ਹੋਣਗੇ, ਗੁਰਬਾਣੀ ਦੇ ਦਰਸ਼ਨ ਹੋਣਗੇ। ਕੰਨਾਂ ਨਾਲ ਗੁਰਬਾਣੀ ਸੁਣਨੀ ਹੈ, ਰਸਨਾ ਨਾਲ ਗੁਰਬਾਣੀ ਬੋਲਣੀ ਹੈ ਤੇ ਜਿਹੜੇ ਹੈਗੇ ਨੇ ਸਰਵਣ ਇਹਨਾਂ ਨਾਲ ਸੁਣਨੀ ਹੈ। ਤੇ ਇਹ ਜਦੋਂ ਇਹ ਹੋਣਗੇ ਅੰਤਰ ਗੁਰ ਅਰਾਧਨਾ ਜੇਵਾ ਜਪ ਕੋ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਕੋ ਨਾਉ, ਸਤਿਗੁਰ ਛੇਤੀ ਰਤਿਆ ਕਰ ਗਏ ਪਾਈਐ ਦਰਗਾਹ 'ਚ ਥਾਂ ਮਿਲੇਗਾ। ਗੁਰੂ ਨਾਨਕ ਜੀ ਕਹਿ ਰਹੇ ਜੇ ਕਿਰਨੇ ਨੇ ਕਿਸੇ ਵੀ ਤੁਸੀਂ ਆਖੋ ਕਿ ਮੈਨੂੰ ਬਾਬੇ ਨਾਲ ਛਡਾ ਲੈਣਾ, ਉਹਨੇ ਏਦਾਂ ਕਰ ਲੈਣਾ, ਮੈਨੂੰ ਜੇ ਬਾਬੇ ਨਾਲ ਸਾਨੂੰ ਛਡਾਉਣਾ ਪਹਿਲਾਂ ਸਾਡੇ ਚ ਈਰਖਾ ਜੀਦੇ ਜੀ ਮੁੱਕ ਜਾਏ, ਕ੍ਰੋਧ ਮੁੱਕ ਜਾਏ, ਹੰਕਾਰ ਮੁੱਕ ਜਾਏ, ਲਾਲਚ ਮੁੱਕ ਜਾਏ। ਇਹ ਚੀਜ਼ਾਂ ਤਾਂ ਮੁੱਕ ਜਾਣੀਆਂ ਤੋਂ ਇਹਨਾਂ ਇਹਦੇ ਫਸਿਆ, ਇਹਨਾਂ ਵਿੱਚ ਤਾਂ ਅਸੀਂ ਫਸੇ ਆ, ਇੱਥੇ ਤਾਂ ਛੁੱਟੇ ਨਹੀਂ ਗਏ। ਇਸ ਕਰਕੇ ਸਾਨੂੰ ਜੀਵਨ ਮੁਕਤੀ ਵੀ ਦੱਸੀ ਹੋਈ ਹੈ ਗੁਰੂ ਪਾਤਸ਼ਾਹ ਨੇ।
जिस लड़ लगे जीविया जिस लड़ लगे जीविया पब जल पईए पार पब जल पईए पार पब जल पईए पार पब जल पईए पार वाहेगुरु 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 वाहेगुरु। हे भाई उस गोबिंद नूं अपने मन तो कदे भी भुलाना नहीं चाहिए। सारा टॉपिक ही कोई है परमात्मा की भक्ति टॉपिक चल रहा, भुलाना नहीं चाहिए। जिसका आसरा लिया आसरा किसी बंदे का मन की टेक बिरथी सब जान संगत के साडे वास्ते बहुत विशेष चीज है। भाव मेरे साथ संगत भज केवल नाम कला बंदा फौजी बोल खड़ा कर दो कि रात रात शायद हार्ट अटैक का मरीज बन जाएगा। ते फौज पूरी लाई हुई बार्डर ते वो एक दूजे को देखो देखी काम करेंगे। कला बंदा बाडी बैठी कर बह जाए पैड़ी विच खड़ा हो गया, थोड़ी देर बाद देखूंगा कि कितना रह गया। 6 बंदे किले च बैठे होण ते घंटियां विच किला साफ कर देंगे। ये उनकी संगत की वडियाई है। इस करके कले का नाम जपना हो रहा है, संगत में बह के नाम जपना बहुत महत्वता रखता। इसी करके गुरु घर साडे गुरुद्वारे बने सन कि असीं गुरु घर च सटक लईए सवेरे भी ते शाम नूं भी ते दिन दे टाइम अपनी किरत करिए ईमानदारी दी ते उस किरत विचों लोड़वंदियां दी मदद करिए ते दिने ते 2 टाइम गुरुद्वारे च एक टाइम सारा अपने बाहर अपनी किरत कमाई विच लाइए, ईमानदारी दी किरत करिए, नशियां तो परहेजगार होइए। नशे दा साडे कोल जवानी वे, नशे साडे कोल धन दौलत दा, नशे साडे कोल दाल प्रसादे दा, बड़े नशे ने साडे कोल तां। रुतबे वाले नशे ने मैं डीसी लग्या वां, थोड़ा नशा एमएलए को थोड़ा नशा मेरी धौण 6-5 साल धौण नी भी नहीं होनी। राजमाल रूप जात जोबन पंजे ठग, राज दा नशा, धन दौलत दा नशा, प्रॉपर्टी दा नशा, राजमाल रूप मैं सोहना बड़ा, सुंदरता दा नशा, जात दा मैं जट होना, मैं राजपूत होना, मैं ब्राह्मण होना। यह है राजमाल रूप जात। जदों के खालसा पंथ किसी की कोई जात नहीं है। जिस लड़ लगे जीवी है भवजल पई है। ये भाई गोबिंद नूं अपने मन तो कदे भी भुलाना नहीं चाहिए। जिहदा आसरा लिया आत्म जीवन मिल जाता है, संसार समुद्र तो पार लंघ जाता है। ये तो संसार नूं बहुत सोहना समझते हैं। इन्हें तो गुरु पातशाह ने कहा कूड़ राजा कूड़ प्रजा कूड़ सब संसार, राम गयो रावण गयो जाको गो परिवार को नानक फिर कुछ नहीं सुपने जो। ये संसार उदों सोहना लगूगा जो 4 पैसे कोल है, ये संसार उदों सोहना लगूगा जो तंदुरुस्ती है, ये संसार उदों सोहना लगूगा जो इज्जत होंदी होए। ते सिख वास्ता जे मेरी इज्जत होंदी है मैं खुश नहीं होना, ते जे मैनू शक्कर बजदे मैं नाराज नहीं होना। ये सिक्खी है। जे मैनू कोई बहुत बंदा रिस्पेक्ट दे रहा ते मैं फुलना नहीं है, ते जे मैनू कोई गाना कटे ते मैं बहुता नाराज नहीं होना। ये उन्हां महापुरखां दी गल है जिन्हां नूं तुसीं फॉलो करदे हो, जिन्हां दे सिर 'च एक बंदे नाल किरपान मारी हुई है। वो किरपान खा के कहंदे साडा इधर कोई भी बैर नहीं। असीं किथे खड़े हैं? साडा हर काम कोर्ट नाल जुड़ चुके, झूठ बोलिया जा रहा है। कतल होया मक्खन सिंह का, वो भी कोर्ट में गया। जीवन रूप गोपाल जस, जीवन रूप गोपाल जस, संत जना की रास, संत जना की रास। वाहेगुरु 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 वाहेगुरु। हे नानक आखिरी पंक्तियां ने गुरु अर्जन देव जी बंद करना शब्द नूं। फिर तुसीं देखो गुरु ग्रंथ साहिब नूं फॉलो करो। इहदे विच इहनूं आपां कहंदे हां लॉक कीता होया, भाव इहनूं जिंदरे मारे होए, कोई बंदा इहदे विच तब्दीली ना कर सकदा।
ਹੁਣ ਜਦੋਂ ਇਹ ਸ਼ਬਦ ਮੁੱਕਣਾ, ਉੱਥੇ 4 ਪਹਿਲਾਂ ਲਿਖਣਾ, ਫਿਰ 3 ਲਿਖਣਾ, ਫਿਰ 171। ਇਹ ਗਿਣਤੀ ਟੋਟਲ ਸ਼ਬਦਾਂ ਦੀ ਕਿੰਨੀ ਹੋਈ ਹੈ? ਇਹ ਗੁਰੂ ਅਰਜਨ ਦੇਵ ਦੀ 171ਵਾਂ ਸ਼ਬਦ ਹੋਏਗਾ ਟੋਟਲ ਗਿਣਤੀ ਵਿੱਚ। ਤੇ ਆ ਜਿਹੜਾ ਚੱਲ ਰਿਹਾ ਪ੍ਰਕਰਨ, ਇਹਦੇ ਚ ਇਹਦੇ 4 ਬੰਦ ਹੋਣਗੇ, ਤੀਜਾ ਸ਼ਬਦ ਹੋਏਗਾ। ਮਤਲਬ ਹਰ ਗੱਲ ਬਾਉਂਡ ਕੀਤੀ ਹੋਈ ਹੈ ਤੇ ਕੋਈ ਵੀ ਬੰਦਾ ਇੱਕ ਵੀ ਪੰਕਤੀ ਚ ਦਾ ਰਲਾ ਵਾਧਾ ਨਾ ਕਰ ਸਕੇ, ਲੌਕਡ ਕੀਤਾ ਹੋਇਆ ਹੋਇਆ। ਇਸ ਕਰਕੇ ਗੁਰੂ ਪਿਆਰਿਓ, ਅੱਜ ਤੁਹਾਨੂੰ ਬਹੁਤ ਜਾਗਣ ਦੀ ਲੋੜ ਹੈ। ਇਹ ਨਾਨਕ ਗੋਪਾਲ ਪ੍ਰਭੂ ਦੀ ਸਿਫਤ ਸਲਾਹ ਆਤਮ ਜੀਵਨ ਦੇਣ ਵਾਲੀ ਹੈ, ਜਿਸ ਨੂੰ ਮਕਸਦ ਸਿਫਤ ਸਲਾਹ ਨਾਨਕ ਪਾਤਸ਼ਾਹੀ ਬਾਦਸ਼ਾਹ। ਦੂਜੇ ਪਾਸੇ ਕਹਿਣਗੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਇੱਕ ਕਹਿਣਗੇ ਜੇ ਜੋ ਵਿਚਾਰੇ ਤੇਰੀ 4 ਜੁਗਾਂ ਜਿੰਨੀ ਉਮਰ ਹੋ ਜਾਏ, ਹੋਰ ਦਸੋਣੀ 10 ਗੁਣਾ ਹੋਰ ਹੋ ਜਾਏ, 40 ਜੁਗ ਤੇਰੀ ਉਮਰ ਹੋ ਜਾਏ ਭਰਾ। ਤੇਰੀ ਭਾਗਵਤ ਕੱਲੀ ਗੁਰਦਾਸਪੁਰ ਚ ਨਾ ਹੋਏ, ਸਾਰੀ ਦੁਨੀਆ ਤੇ ਜਿੰਨੇ ਕੰਟਰੀ ਨੇ ਸਾਰੇ ਪਾਸੇ ਤੈਨੂੰ ਲੋਕ ਜਾਣਦੇ ਹੋਣ। ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਹੋਏ, ਜਿੱਦ ਨੂੰ ਵੀ ਤੁਰੇ ਤੇਰੀ ਇੰਨੀ ਇੱਜ਼ਤ ਹੋਏ, ਲੋਕ ਤੇਰੇ ਨਾਲ ਸਾਰੇ ਉੱਠ ਕੇ ਤੁਰ ਪਿਆ ਕਰਨ। ਨਾਲ ਚੱਲੇ ਸਭ ਹੋਏ, ਚੰਗਾ ਨਾਉ ਤੈਨੂੰ ਚੰਗਾ ਚੰਗਾ ਤੂੰ ਨਾਉ ਰਖਾਏ ਵੀ ਮੈਂ ਬਹੁਤ ਚੰਗਾ ਹੈ, ਲੋਕ ਤੈਨੂੰ ਚੰਗਾ ਕਹਿਣ ਲੱਗ ਪੈਣ। ਚੰਗਾ ਨਾਉ ਰਖਾਏ ਜਸ ਕੀਰਤਨ ਤੇਰੀ ਲੋਕ ਜਸ ਕਰਨ, ਤੇਰੀ ਕੀਰਤੀ ਕਰਨ। ਜੇ ਐਸੀ ਤੈਨੂੰ ਬਖਸ਼ਾ ਪ੍ਰਾਪਤ ਹੋ ਜਾਏ, ਜਦ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸਤ। ਇਹ ਗੁਰੂ ਕੀ ਬਾਣੀ ਹੈ, ਨੇ ਖੇਡਦੀ ਹੈ, ਤੁਹਾਨੂੰ ਦੱਸਦੀ ਹੈ, ਜੀਵਨ ਦਾ ਲਕਸ਼ ਦੱਸਦੀ ਹੈ। ਇਸ ਕਰਕੇ ਆਖਰੀ ਪੰਕਤੀਆਂ ਨੇ ਨਾਨਕ ਉਬਰੇ ਨਾਮ ਜਪ, ਨਾਨਕ ਉਬਰੇ ਨਾਮ ਜਪ, ਨਾਨਕ ਉਬਰੇ ਨਾਮ ਜਪ, ਨਾਨਕ ਉਬਰੇ ਨਾਮ ਜਪ, ਉਬਰੇ ਨਾਮ ਜਪ, ਉਬਰੇ ਨਾਮ ਜਪ, ਉਬਰੇ ਨਾਮ ਜਪ, ਉਬਰੇ ਨਾਮ ਜਪ। ਦਰ ਸੱਚੇ ਸ਼ਾਬਾਸ਼, ਦਰ ਸੱਚੇ ਸ਼ਾਬਾਸ਼, ਦਰ ਸੱਚੇ ਸ਼ਾਬਾਸ਼, ਦਰ ਸੱਚੇ ਸ਼ਾਬਾਸ਼। ਵਾਹਿਗੁਰੂ 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 ਵਾਹਿਗੁਰੂ। ਜੀਵਨ ਰੂਪ ਗੋਪਾਲ ਜਸ ਸੰਤ ਜਨਾਂ ਕੀ ਰਾਸ, ਮੇਰੀ ਪੂੰਜੀ ਮੇਰਾ ਸਰਮਾਇਆ। ਹਰ ਧਨ ਸਾਂਚੀ ਹੈ ਭਾਈ, ਹਰੀ ਦਾ ਧਨ ਮੇਰੀ ਪੂੰਜੀ ਹੈ, ਜਿਹੜੀ ਮੇਰੀ ਲੋਕ ਤੇ ਲੋਕ ਵਿਚਾਰੇ। ਆਦਤ ਚੀਜ਼ਾਂ ਮੈਂ ਸਾਰੀਆਂ ਛੱਡਣੀਆਂ, ਇਹਦਾ ਪਤਾ ਨਹੀਂ ਕਿਹੜੇ ਟਾਈਮ ਸਾਨੂੰ ਸੁਨੇਹਾ ਆ ਜਾਣਾ, ਉਸੇ ਟਾਈਮ ਸਾਨੂੰ ਸਭ ਕੁਝ ਛੱਡ ਕੇ 1 ਸੈਕਿੰਡ ਵਿੱਚ ਆਉਣਾ ਪੈਣਾ। ਅੱਜ ਸਾਡੀ ਇੱਕ ਚੀਜ਼ ਖਰਾਬ ਹੋ ਜਾਵੇ, ਸਾਡੀ ਜਾਨ ਨਿਕਲਦੀ ਹੈ, ਉਸ ਟਾਈਮ 1 ਸੈਕਿੰਡ ਵਿੱਚ ਸਰੀਰ ਵੀ ਛੱਡਣਾ ਪੈਣਾ। ਇਹ ਵਸਤੂਆਂ ਸਾਰੀਆਂ ਛੱਡਣੀਆਂ ਪੈਣੀਆਂ। ਗੱਡੀਆਂ ਖੜੀਆਂ ਰਹਿਣਗੀਆਂ ਕਿਤੇ ਦੇ ਵਿੱਚ, ਬਾਡੀਗਾਰਡ ਪਿੱਛੇ ਹਟ ਜਾਣਗੇ, ਐਮਐਲਏ ਸਾਹਿਬ ਤੇ ਉਹ ਬੰਨ ਕੇ ਕਰਤੂਤਾਂ ਕਰਕੇ ਅੱਗੇ ਲਾਇਆ ਜਾਏਗਾ। ਗਲ ਸੰਗਲ ਘਰ ਤੇ ਚਲਾਇਆ, ਅੱਗੇ ਕਰਨੀ ਕੀਰਤਨ ਮੈਂ ਲਿਖਾ ਕਰ ਸਮਝਾਇਆ। ਖਾਓ ਨਾ ਹੋਵੇ ਉਹਦੀ ਮੈਨੇ ਜੁੱਤੀ ਐਨੀ ਵਰਨੀ ਆ ਨਹੀਂ ਲੱਭਣਾ। ਹੁਣ ਸੁਣੀਏ ਕਿਆ ਗੁਰੂ ਆਇਆ, ਮਨ ਅੰਧੇ ਜਨਮ ਕਿਥੇ ਦਾ ਜਨਮ ਦੁਆਰ ਹੋਇਆ। ਇੱਕ ਦਾ ਜਨਮ ਦਾ ਜੂਹਾ ਜਿੱਤਣਾ ਹੈ। ਗੁਰੂ ਸੰਤ ਕਹਿੰਦੇ ਹੋਏ ਸਨ, ਜਿਹੜਾ ਨਾਮ ਜਪਣਾ ਉਹ ਘਰ ਦੇ ਕੰਮ ਤੇ ਲੱਗ ਜਾਂਦਾ। ਨਾਮ ਜਪਣ ਵਾਲਾ ਕਰਨ ਕੰਮ ਤੇ ਲੱਗਦਾ ਘਰ ਤੇ। ਹੋਰ ਕਾਰ ਬੇਕਾਰ ਹੈ, ਇੱਕ ਸੱਚੀ ਕਾਰ ਹੈ ਲਾਇਆ। ਜੇ ਖੜੇ ਕਰੇ ਤੇਰੀ ਚੱਕਰੀ ਬਿਰ ਨਾਮੇ ਹੋਰ ਨਾ, ਉਹਨਾਂ ਨੂੰ ਹੋਰ ਕੋਈ ਚੀਜ਼ ਨਹੀਂ ਚੰਗੀ ਲੱਗਦੀ ਨਾਮ ਦੇ ਬਰਾਬਰ। ਇਸ ਕਰਕੇ ਇਹ ਨਾਨਕ ਗੋਪਾਲ ਪ੍ਰਭੂ ਦੀ ਸਿਫਤ ਸਲਾਹ ਆਤਮਿਕ ਜੀਵਨ ਦੇਣ ਵਾਲੀ ਹੈ। ਪ੍ਰਭੂ ਦੀ ਸਿਫਤ ਸਲਾਹ ਸੰਤ ਜਨਾਂ ਦੇ ਵਾਸਤੇ ਸਰਮਾਇਆ। ਇਹ ਸਾਡੀ ਪੂੰਜੀ ਹੈ, ਇਹ ਸਾਡੀ ਰਾਸ ਹੈ। ਜਿਹੜੇ ਇਸ ਰਸਤੇ ਤੇ ਚੱਲਦੇ ਨੇ ਬੰਦੇ ਪ੍ਰਭੂ ਦਾ ਨਾਮ ਜਪ ਕੇ ਸੰਤ ਜਨ ਬਕਾਰਾਂ ਤੋਂ ਬਚ ਨਿਕਲਦੇ ਹਨ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਲੈਵਲ ਮੇਨਟੇਨ ਰੱਖਣਾ, ਇਹਨੂੰ ਉੱਪਰ ਨਹੀਂ ਵਧਣ ਦੇਣਾ, ਇਹਨੂੰ ਬਹੁਤਾ ਥੱਲੇ ਵੀ ਨਹੀਂ ਸੁੱਟਣਾ। ਬੜੀ ਜੁਗਤੀ ਹੁੰਦੀ ਜੀਵਨ ਦੀ। ਇਸ ਕਰਕੇ ਮਨੁੱਖ ਨੂੰ ਇਹ ਜੀਵਨ ਦੀ ਜਾਂਚ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰ-ਬਾਰ ਦੱਸਣਗੇ। ਸਾਡੇ ਬੱਚਿਆਂ ਨੂੰ ਇਹ ਦੱਸਣਗੇ, ਉਹਨਾਂ ਦੇ ਬੱਚਿਆਂ ਨੂੰ ਇਹ ਦੱਸਣਗੇ। ਦੁਨੀਆ ਦਾ ਕੋਈ ਵੀ ਮਨੁੱਖ ਇਹਨਾਂ ਨੂੰ ਫੋਲੋ ਕਰਕੇ ਜੀਵਨ ਦੀ ਜਾਂਚ ਸਿੱਖ ਸਕਦਾ, ਪਰਲੋਕ ਬਾਰੇ ਜਾਣਕਾਰੀ ਲੈ ਸਕਦਾ, ਕਿੱਥੋਂ ਆਏ ਪਤਾ ਕਰ ਸਕਦਾ, ਕਿੱਦਾਂ ਰਹਿਣਾ ਪਤਾ ਕਰ ਸਕਦਾ। ਪਰ ਸਾਡਾ ਰਿਸ਼ਤਾ ਬਣਨਾ ਗੁਰੂ ਦੇ ਸਿੱਖ
ਦਾ ਉਹ ਇੱਕ ਖਾਸ ਵਿਸ਼ੇਸ਼ ਵਿਧੀ ਹੈ ਜਿਹਦੇ 'ਚ ਅਸੀਂ ਗੁਰੂ ਤੇ ਸਿੱਖ ਦਾ ਰਿਸ਼ਤਾ ਜੋੜਨਾ ਹੈ। ਅੱਜ ਸਾਨੂੰ ਇਸ ਗੱਲ ਦੀ ਬੜੀ ਲੋੜ ਹੈ ਕਿ ਅਸੀਂ ਇਸ ਗੱਲ ਤੋਂ ਉੱਕ ਗਏ ਹਾਂ ਕਿ ਅਸੀਂ ਖੰਡੇ ਦੀ ਬੋਲ ਨੂੰ ਤਲਾਂਜੀ ਵੀ ਦੇ ਦਿੱਤੀ ਹੈ ਕਿ ਇਹ ਪਤਾ ਨਹੀਂ ਸਾਡੇ ਤੇ ਕਿੰਨਾ ਟੈਕਸ ਲਾਤਾ ਗੁਰੂ ਗੋਬਿੰਦ ਸਿੰਘ ਨੇ ਵੀ ਇੱਕ ਕਿਰਪਾਨ ਪਾ ਕੇ ਰੱਖਣੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੱਖ ਦੁਨੀਆ 'ਚ ਆਪਣੀ ਦਿੱਖ ਰੱਖਦਾ ਜਦੋਂ ਰੰਗੇਟੇ ਗੁਰੂ ਕੇ ਬੇਟੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਏ ਨੇ ਤੇ ਉਦੋਂ ਪਾਤਸ਼ਾਹ ਪੁੱਛਦੇ ਨੇ ਵੀ ਬੇਟਾ ਉਸ ਟਾਈਮ ਕੋਈ ਸਿੱਖ ਨਹੀਂ ਸੀ ਦਿੱਲੀ 'ਚ ਜਦੋਂ ਐਸੀ ਕਾਰਨਾਮਾ ਹੋਇਆ, ਉਹਨਾਂ ਦਾ ਧੜ ਡਿੱਗਿਆ, ਉਹਨਾਂ ਦਾ ਸੀਸ ਕੱਟਿਆ ਗਿਆ। ਆਂਦੇ ਜੀ ਸਿੱਖ ਤਾਂ ਬੜੇ ਸਨ ਪਰ ਪਤਾ ਨਹੀਂ ਸੀ ਲੱਗਦਾ। ਆਂਦੇ ਅੱਛਾ, ਮੈਂ ਆਉਣ ਵਾਲੇ ਸਮੇਂ 'ਚ ਐਸਾ ਸਿੱਖ ਖੜਾ ਕਰੂੰਗਾ ਜਿਹੜੀ ਸਾਰੀ ਦੁਨੀਆ 'ਚ ਖੜਾ ਹੋਏਗਾ, ਕੋਈ ਵੀ ਉਹਨੂੰ ਪੁੱਛਣ ਦੀ ਲੋੜ ਨਹੀਂ। ਕੇਸ ਕੱਟੇ ਨੂੰ ਪੁੱਛਣ ਦੀ ਲੋੜ ਆ ਵੀ ਤੂੰ ਹਿੰਦੂ ਨਾ ਕਿ ਮੁਸਲਮਾਨ ਹੋਣਾ ਕਿ ਈਸਾਈ ਹੁੰਦਾ, ਪਰ ਜਿਹਨਾਂ ਦਸਤਾਰਾ ਤੇ ਦਾੜਾ ਸ਼ਹਿਰੇ ਗੁਰੂ ਬਖਸ਼ੇ ਪੂਰੇ, ਉਹ ਜਿਹਨਾਂ ਪ੍ਰਭੂ ਦੀ ਭਗਤੀ ਕਰਨੀ ਹੈ, ਪਰਮਾਤਮਾ ਦੀ ਬਣਾਈ ਹੋਈ ਸ਼ਕਲੇ ਉਹਨੂੰ ਪਸੰਦ ਨਹੀਂ ਹੈ, ਪਤਾ ਨਹੀਂ ਕਿੱਦਾਂ ਦੀ ਭਗਤੀ ਹੈ ਉਹਦੀ। ਇਸ ਕਰਕੇ ਸਾਡੇ ਪੰਥ ਵਿੱਚ ਅਸੀਂ ਕੇਸ ਇੱਕ ਮਹਾਨ ਚੀਜ਼ ਹੈ। 5 ਕੱਕਿਆਂ ਦੀ ਸਾਡੀ ਧਾਰਨੀ ਹੋ ਕੇ ਰੋਜ਼ ਗੁਰਦੁਆਰੇ ਜੁੜਨਾ, ਸ਼ਾਮ ਨੂੰ ਵੀ ਜੁੜਨਾ ਤੇ ਆਪਣੇ ਗੁਰਦੁਆਰੇ ਤੋਂ ਬਾਹਰ ਬਹੁਤਾ ਜਾਣ ਦੀ ਕਿਤੇ ਲੋੜ ਨਹੀਂ ਹੈ। ਜੇ ਉਪਦੇਸ਼ ਇਹਨਾਂ ਕੋਲੋਂ ਨਹੀਂ ਮਿਲਿਆ ਤੇ ਜਿੱਥੇ ਵੀ ਜਾਵਾਂਗੇ ਜਿਹੜੇ ਗੁਰਸਿੱਖ ਨੇ ਉਹਨਾਂ ਦੀ ਜੀਵਨ ਦਾ ਕਮਾਈ ਹੁੰਦੀ ਹੈ, ਉਹਨਾਂ ਦੀ ਕਮਾਈ ਤੋਂ ਥੋੜਾ ਸਾਡੇ 'ਚ ਇਫੈਕਟ ਆਗਾ। ਅਸੀਂ ਕੱਚੇ ਗੁਰੂ ਸਿੱਖ ਬਣਦੇ ਹਾਂ ਪਹਿਲਾਂ ਤੇ ਜਦੋਂ ਅਸੀਂ ਲਗਾਤਾਰ ਉਹਨਾਂ ਦੇ ਲਾਗੇ ਜਾਂਦੇ ਹਾਂ ਫਿਰ ਸਾਡੀ ਸਿੱਖੀ ਪੱਕੀ ਹੋ ਜਾਂਦੀ ਹੈ। ਫਿਰ ਅਸੀਂ ਜਿੱਥੇ ਮਰਜ਼ੀ ਵਿਚਰੀਏ ਫਿਰ ਉਹ ਸਿੱਖੀ ਗੁਰੂ ਦੀ ਸਾਡੇ ਸਵਾਸਾਂ ਤੱਕ ਨਿਮਰ ਦੀ ਅਰਦਾਸ ਕਰਦੇ ਰਹਿੰਦੇ ਹਾਂ ਕਿ ਆਪ ਦੀ ਭਗਤ ਦੀ ਬਖਸ਼ੀ ਹੋਈ ਸਿੱਖੀ ਕਾਹਦੇ ਨਾਲ ਨਿਵੇ, ਕੇਸਾਂ ਸਵਾਸਾਂ ਨਾਲ। ਇਹ ਸਾਡਾ ਸਿਧਾਂਤ ਹੈ। ਇਸ ਕਰਕੇ ਜਿੰਨੇ ਵੀ ਨੌਜਵਾਨ ਵਰਗ ਹੈ ਉਹਨਾਂ ਦੇ ਚਰਨਾਂ 'ਚ ਅਸੀਂ ਬੇਨਤੀ ਕਰਾਂਗੇ ਕਿ ਤੁਸੀਂ ਇਹ ਨਾ ਸੋਚੋ ਵੀ ਕੇਸ ਕੱਟ ਕੇ ਸਭ ਕੁਝ ਹੋ ਜਾਏਗਾ ਜਾਂ ਅਸੀਂ ਬਾਬੇ ਬਣ ਜਾਵਾਂਗੇ ਘੁੰਮਣ ਵਾਲੇ ਕੇਸ ਕੱਟ ਕੇ। ਇਹ ਗੱਲ ਗਲਤ ਹੋਈ ਵੀ ਹੈ, ਇਹਨੂੰ ਅੱਗੇ ਤੋਂ ਸਾਵਧਾਨ ਕਰੋ। ਜਿਵੇਂ ਵੀਰ ਜੀ ਨੇ, ਸਰਵਣ ਸਿੰਘ ਜੀ ਨੇ ਜਾਂ ਦੂਜੇ ਨੇ ਮੇਰੇ ਵੀਰ ਸੁਖਵਿੰਦਰ ਸਿੰਘ ਜੀ ਨੇ, ਉਹ ਕਿਸ ਤਰੀਕੇ ਨਾਲ ਸਾਬਤ ਸੂਰਤ ਨੇ, ਤੁਸੀਂ ਉਹਨਾਂ ਦੀ ਸੰਗਤ ਕਰਦੇ ਹੋਣ ਤੇ ਤੁਸੀਂ ਉਹਨਾਂ ਦੀ ਇਫੈਕਟ ਵਿੱਚ ਆਓ, ਖੰਡੇ ਦੀ ਪਹੁੰਚ ਸਕੀਏ। ਇਸ ਜਿਹੜੇ ਵੀ ਇੱਥੇ 12 ਕਿੱਲੇ ਦੇ ਜਿਹੜੇ ਡੇਰੇ ਹੈ ਉਹਨਾਂ ਡੇਰਿਆਂ 'ਚ ਤੁਸੀਂ ਪੱਗਾਂ ਬੰਨ੍ਹ ਕੇ ਬੈਠੇ ਆ, ਤੁਹਾਡਾ ਕਸੂਰ ਨਹੀਂ ਗਾ, ਤੁਹਾਨੂੰ ਗਾਈਡ ਨਹੀਂ ਕੀਤਾ ਗਿਆ, ਇਹ ਕਸੂਰ ਸਾਡਾ। ਉੱਥੇ ਬੈਠੇ ਤੁਸੀਂ, ਉੱਥੇ ਨਾਂ ਨਿਸ਼ਾਨ ਸਾਹਿਬ ਹੈ, ਸਿੱਖਾਂ ਦਾ ਇੱਕ ਵਿਸ਼ੇਸ਼ ਨਿਸ਼ਾਨ ਹੁੰਦਾ, ਇਹ ਗੁਰਦੁਆਰੇ ਦੇ ਬਾਹਰ ਲੱਗਿਆ ਹੋਏਗਾ। ਸਭ ਤੋਂ ਉੱਚਾ ਧਰਮ ਦਾ ਨਿਸ਼ਾਨ ਸਿੱਖਾਂ ਦਾ, ਉੱਤੇ ਖੰਡਾ ਲੱਗਿਆ ਹੋਏਗਾ। 2 ਕਲਰ ਹੋਣਗੇ ਨਿਸ਼ਾਨ ਸਾਹਿਬ ਦੇ। ਤੁਹਾਨੂੰ ਜਦੋਂ ਗੱਲਾਂ ਹੀ ਨਹੀਂ ਦੱਸੀ ਗਈ, ਇੱਕ ਹੋਏਗਾ ਸੁਰਮਈ ਰੰਗ, ਦੂਸਰਾ ਬਸੰਤੀ ਦਾ ਕੇਸਰੀ ਰੰਗ ਸੇਮ ਸਿੰਘ ਹੋਗਾ, ਇਹ ਹੋਗਾ। ਮੁਸਲਮਾਨਾਂ ਦੀ ਕਬਰ ਤੇ ਹਰਾ ਕਪੜਾ ਪਏਗਾ, ਹੋਰ ਕੋਈ ਕਲਰ ਨਹੀਂ ਆਏਗਾ। ਔਰ ਮੈਂ ਬੜਾ ਖੁਸ਼ ਹੋਇਆ, ਮੇਰਾ ਖਿਆਲ ਹੈ ਕਿਹੜੇ ਵੀਰ ਨੇ ਮੇਰੇ ਨਾਲ ਗੱਲ ਕੀਤੀ ਹੈ, ਜਿਹੜਾ ਭਾਰਤ ਦਾ ਝੰਡਾ ਹੈ ਇਹਦੇ 'ਚ ਜਿਹੜਾ ਉੱਪਰਲਾ ਰੰਗ ਹੈ ਉਹ ਕੇਸਰੀ ਦਿੱਤਾ ਹੋਇਆ। ਇਹ ਸਾਡੇ ਸਿੱਖਾਂ ਨੇ ਜੁਰਤ ਨਾਲ, ਇਹ ਨਹੀਂ ਪਹਿਲਾਂ ਚਿੱਟਾ ਸ਼ਾਂਤੀ ਦਾ ਰੰਗ ਦਿੱਤਾ ਸੀ। ਅਸੀਂ ਮੈਨੂੰ ਉਹ ਬਜ਼ੁਰਗ ਦਾ ਗਿਆਨੀ ਖੜਕ ਸਿੰਘ ਜੀ ਨੇ ਇਸ ਗੱਲ ਤੇ ਖੜਕ ਕੇ ਕਿਹਾ ਵੀ ਇਹ ਗੱਲ ਨਹੀਂ ਹੋਣ ਦੇਣੀ, ਉੱਪਰ ਪਹਿਲਾਂ ਸਾਡਾ ਰੰਗ ਲਾਓ ਕੇਸਰੀ, ਸ਼ਹੀਦੀਆਂ ਦਾ ਰੰਗ ਕੋਲਾ ਲਾਓ। ਤੇ ਸ਼ਹੀਦੀਆਂ ਨਾਲ ਕੌਮ ਦੇਸ਼ ਆਜ਼ਾਦ ਹੋਇਆ। ਫਿਰ ਉਸ ਸਰਕਾਰ ਨੂੰ ਮੌਜੂਦਾ ਨੂੰ ਉੱਪਰ ਕਿਹੜਾ ਰੰਗ ਦੇਣਾ ਪਿਆ, ਕੇਸਰੀ ਰੰਗ ਦੇਣਾ ਪਿਆ। ਇਹ ਤੁਹਾਡੇ ਰੰਗ ਨੇ। ਅੱਜ ਤੁਹਾਡੇ ਮੁੰਡਿਆਂ ਨੂੰ ਦਸਤਾਰ ਬੰਨ੍ਹਣ ਦੀ ਖੇਚਲ ਲੱਗਦੀ ਹੈ, ਟੋਪੀ ਪਾਉਣ ਨੂੰ ਤਿਆਰ ਹੋਏ ਹੈ। ਸਾਡੇ ਜਿਹੜੇ ਕੈਦੀ ਹੋਏ ਨੇ, ਸਿੱਖ ਕੈਦੀ, ਅੰਗਰੇਜ਼ ਦੇ ਟਾਈਮ ਵਿੱਚ ਅੰਗਰੇਜ਼ ਮੈਨੂਅਲ, ਅੰਗਰੇਜ਼ ਕਾਨੂੰਨ ਅਨੁਸਾਰ ਜਿੰਨੇ ਵੀ ਕੈਦੀ ਹੋਣਗੇ ਸਾਰਿਆਂ ਨੂੰ ਟੋਪੀ ਪਾਈ ਜਾਏਗੀ। ਸਾਡੇ ਸਿੱਖਾਂ ਨੇ ਟੋਪੀ ਨਹੀਂ ਪਾਈ, 15 ਦਿਨ ਭੁੱਖੇ ਰਹੇ। ਗੁਰੂ ਦੇ ਬਚਨ ਯਾਦ ਕੀਤੇ ਕਿ ਸਿੱਖ ਹੋਏ ਸਿਰ ਟੋਪੀ ਧਰੇ, 7 ਜਨਮ ਕੁਸ਼ਤੀ ਹੋਏ ਮਰੇ। ਸਿੱਖ ਹੋ ਕੇ ਸਿਰ ਤੇ ਟੋਪੀ ਪਾ ਲੈ, 7 ਜਨਮ ਕੋੜ ਹੋ ਕੇ ਮਰੇਗਾ। ਥੋੜਾ ਚਿਰ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ, ਮੈਂ ਦੇਖਿਆ ਸੀ ਸੰਤ ਹਰਨਾਮ ਸਿੰਘ ਹੋਰਾਂ ਨੇ ਕਿਤੇ ਹੇਠ ਜਿਹਾ ਪਾਇਆ ਸੀ, ਕੀ ਸੋਚ ਸੀ, ਕੀ ਭਾਣਾ ਸੀ, ਮੈਨੂੰ ਨਹੀਂ ਪਤਾ, ਪਰ ਇਹ ਮੈਨੂੰ ਬਚਨ ਯਾਦ ਨੇ। ਉਹਨੀ ਬੰਦਰਿਆਂ ਨੇ, ਸਾਡੇ ਬਜ਼ੁਰਗਾਂ ਨੇ 15 ਦਿਨ ਰੋਟੀ ਛੱਡੀ ਵੀ ਰੋਟੀ ਨਹੀਂ ਖਾਵਾਂਗੇ, ਸ਼ਹੀਦੀ ਦੇ ਜਾਵਾਂਗੇ, ਪਰ ਤੇਰੀ ਟੋਪੀ ਗੋਰਿਆ ਸਿਰ ਤੇ ਨਹੀਂ ਪਾਵਾਂਗੇ। 15 ਦਿਨ ਹੀ ਗੋਰੇ ਨੂੰ ਲਿਖਣਾ ਪਿਆ ਵੀ ਸਿੱਖ 2.5 ਮੀਟਰ ਕੱਪੜਾ ਸਿਰ ਤੇ ਬੰਨ ਸਕਦੇ ਨੇ, ਇਹਨਾਂ ਨੂੰ ਟੋਪੀ ਪਾਣੀ ਕੋਈ ਜ਼ਰੂਰੀ ਨਹੀਂ ਹੈ। ਮੈਂ ਇਜਾਜ਼ਤ ਦੇਣਾ, ਇਹ ਕੱਪੜਾ ਆਪਣੇ ਘਰੋਂ ਮੰਗਵਾਉਣ ਜਾਂ ਇਹਨਾਂ ਨੂੰ ਕੋਈ ਕਮੇਟੀ ਦੇ, ਮੈਂ ਜੇਲ੍ਹ ਵਿੱਚੋਂ ਨਹੀਂ ਕੱਪੜਾ ਦੇ ਸਕਦਾ, ਟੋਪੀ ਦਊਂਗਾ। ਜੇ ਟੋਪੀ ਨਹੀਂ ਪਾਣਾ ਚਾਹੁੰਦੇ ਕੱਪੜਾ ਆਪਣੇ ਘਰੋਂ ਮੰਗਾ ਲੈਣ ਤੇ ਇਜਾਜ਼ਤ ਹੈ ਇਹਨਾਂ ਨੂੰ 2.5 ਮੀਟਰ ਕੱਪੜਾ ਪਹਿਨਣ ਦੀ ਇਜਾਜ਼ਤ ਹੈ। ਫਿਰ ਸਾਨੂੰ ਨਿੱਕਰਾਂ ਪਵਾਈਆਂ ਹੋਈਆਂ, ਨਿੱਕਰ ਪਾਣੀ ਬੜੀ ਜਿੰਨੇ ਵੀ ਕੈਦੀ ਤੇ ਜੇਲ੍ਹ ਦੇ ਸਾਰਿਆਂ ਨੂੰ ਨਿੱਕਰ ਮਿਲੇਗੀ।
फिर साडे बंदियां ने हड़ताल की भी साडी गुरु बख्शा कशहरा पावांगे। तू कौन हुंदा साडी गल करदा जी नाल? वो अज कित्थे गई साडे कोल सिੱਖੀ? की ना खोली है थोड़ा की बन गया हुण? किन्ने कबीर हो गए, किन्ने सुखी हो गए? किहड़े बच्चों को किहड़ा राह दे के जाओगे, किहड़े राह ते जाना? तुहाडे न्याणे पुछणगे भी असीं कितों नाम लईए? की दसोगे भी कित्थे जाके लाओ? पंज शब्द लाओ कि जेठू वालों लाओ, ओम महाराजा विष्णु भगवान शेर सिंह की जय के दर्शन दास तो लाओ। सोचो किधर नूं तरे हैं। सिख पाकिस्तान च बैठा, अफगानिस्तान च बैठा, यूपी च बैठा, बिहार च बैठा, अमरीका च बैठा, कैनेडा च बैठा। मैनूं पता वीर जी शायद बाहर किते कैनेडा च जाके आए ने। इस करके एक सिस्टम है नामक सिंह ते कौर आनंद कारज रहत मर्यादा अनुसार जिहड़ा गुरु पातशाह दे दर्शन ते इन्हें नितनेम दी बाणियां आपको जी वाहिगुरू जी का खालसा फतेह ते इहदे नाल नाल निशान गुरु का लंगर अरदास। उन्हां डेरियां च कोई अरदास नहीं की जाएगी। साडा खुशी गमी च कड़ाह प्रसाद बनेगा, वो देखो वो पिया उच्चे थां ते पिया, नीवें थां ते रखा जाएगा। और कड़ाह प्रसाद तीन चीज़ां बराबर पैणगियां, आटा पेगा, मिठा पेगा, घ्यो देसी पेगा, 2 बाणियां का जाप पेगा। बड़ी सोच सोधना इनू तैयार किया जाएगा। फिर इनू सिर ते उठा के लिया के दीवान हाल में उच्चे थां ते रखा जाएगा। चाहे मौत होए तां भी ये बनेगा, चाहे आनंद कारज है तां भी ये बनेगा। अज तुहाडे विच गल कढ़ दित्ती गई है। हिंदुओं के विआह के टाइम बड़ी खुशी मनाई जाती है। मेरियां धीआं नूं जिहड़े वो पाने शुरू कर दिते लहंगे जां ब्यूटी पा के जाना शुरू कर दिता, पर वड्डे कटाने शुरू कर दिते। एक नवीं मशीन आई है जिहड़ी इन्हां दे मगरले केस है ਉਹਨੂੰ ਪ੍ਰੈਸ ਕਰਕੇ ਸਿੱਧੀ ਕਰਨ ਲੱਗੀ ਹੈ ਤੇ ਰੁਪਈਆ 7-8 ਹਜ਼ਾਰ ਰੁਪਈਆ ਜਾਣ ਲੱਗਿਆ ਤੇ ਮਨ ਵਿੱਚੋਂ ਵਿੰਗਾ ਹੈ ਤੇ ਕੇਸ ਹੋਣ ਲੱਗੇ ਹੁਣ ਸਿੱਧੇ ਤੇ ਮਨ ਗੰਦਾ ਹੋਇਆ। ਜਿਹੜਾ ਸਿੱਧਾ ਕਰਨ ਵਾਲਾ ਚੀਜ਼ ਉਹ ਗੰਦੀ ਤੇ ਜਿਹੜੀ ਕੋਈ ਲੋੜ ਨਹੀਂ ਸੀ ਸਿੱਧੇ ਕਰਨ ਦੀ ਉਹਨੂੰ ਸਿੱਧੇ ਦਿਓ ਲਾਤਾ। ਉੱਪਰਲਾ ਪਿੰਡਾ ਧੋਣ ਦਾ ਸਾਰੀ ਜ਼ਿੰਦਗੀ ਧੋਈ ਜਾਓ ਤੇ ਕਦੇ ਸਾਫ਼ ਨਹੀਂ ਹੋਏਗਾ ਤੇ ਮਨ ਸਾਫ਼ ਕੀਤਾ ਜਾ ਸਕਦਾ ਸੀ ਸ਼ਬਦ ਨਾਲ। ਉਹ ਛੇੜਿਆ ਨਹੀਂ, ਉਹਨੂੰ ਸ਼ਬਦ ਕਰਨ ਦਾ ਯਤਨ ਨਹੀਂ ਕੀਤਾ। ਉੱਪਰੋਂ ਨਿਸ਼ਕਪੁਸ਼ ਕਰੀ ਗਏ ਕਿ ਬਸ ਮੈਂ ਬਾਹਰੋਂ ਚੰਗਾ ਲੱਗਾ। ਆ ਜਿੰਨਾ ਵੀ ਦਿਖਾਵਾ ਹੈ ਸਾਰਾ ਬਾਹਰ ਦਾ ਹੈ, ਅੰਦਰ ਲਈ ਗੱਲ ਹੋਰ ਹੈ। ਬਾਹਰ ਦੀ ਗੱਲ ਹੋਰ ਹੈ। ਗੁਰੂ ਨਾਲ ਤੁਹਾਡਾ ਅੰਦਰ ਦੇਖਣਾ, ਤੁਹਾਡਾ ਬਾਹਰ ਗੁਰੂ ਨੇ ਨਹੀਂ ਦੇਖਣਾ। इस करके रहत के 2 पहलू ने, एक बाहरली रहत है, एक अंदरली रहत। अंदरली रहत विच सच है, संतोख है, धीरज है, परोपकार है, सिमरन है, सेवा है। बाहरली रहत विच 5 ककार हैं ते दुनिया च सानू सरदार जी लोग कहते हैं। कोई जात नहीं, जेड़ा भी मर्जी बंदा खंडे दी पहुंच सके उसदी जात खत्म की जाती है। उस तो बाद कोई जात नहीं रहिंदी। ये हिंदू धर्म दी जातां ਜਿਹੜੇ ਵਿਆਹ 'ਚ ਭੰਗੜੇ ਪਾਣੇ, ਸ਼ਰਾਬਾਂ ਪੀਣੀਆਂ। ਪੜੋ ਸਿੱਖ ਰਹਿਤ ਮਰਿਆਦਾ ਲਿਖਿਆ ਹੋਇਆ ਕਿ ਆਨੰਦ ਕਾਰਜ ਦੇ ਟਾਈਮ ਵਿੱਚ ਕੰਜਰੀ ਦਾ ਨਚਾਣਾ ਮਨਮਤ ਹੈ ਤੇ ਸ਼ਰਾਬ ਪੀਣੀ ਮਨਮਤ ਹੈ। ਹੁਣ ਇਹ ਗੱਲਾਂ ਜਿਹੜੀ ਲਾਗੂ ਕਰਨੇ ਆ ਕਾਨੂੰਨ, ਉਹ ਆਪ ਪੁੱਠੇ ਕੰਮ ਕਰਦੇ ਨੇ। ਉਹ ਸ਼ਰਾਬਾਂ ਰੋਜ਼ ਪੀਂਦੇ ਨੇ, ਤੁਹਾਨੂੰ ਦੱਸਿਆ ਨਹੀਂ ਜਾਂਦਾ ਤੇ ਤੁਸੀਂ ਚੁੱਪ ਕਰਕੇ ਗ੍ਰੰਥੀ ਜਿਹੜਾ ਮਰਜ਼ੀ ਬੰਦਾ ਆਇਆ, ਕੋਈ ਚਾਹੇ ਮੈਂ ਨਾ ਕੋਈ ਵਿਚਾਰਾ ਹਿੰਦੂ ਨਾਮ ਹਿੰਦੂ ਵਾਲਾ ਲਿਖਿਆ ਵਾ, ਉਹ ਉਹਦੇ ਬਾਹਮਣ ਕੋਈ ਹੈ ਨਹੀਂ ਆਨੰਦ ਕਾਰਜ ਕਰਨ ਵਾਲਾ, ਉਹ ਗੁਰਦੁਆਰੇ ਆ ਗਿਆ। ਮੇਰੇ ਗ੍ਰੰਥੀ ਸਿੰਘ ਨੇ ਉਹਦੇ ਆਨੰਦ ਕਾਰਜ ਕਰ ਦਿੱਤੇ। ਉਹਨੂੰ ਕੋਈ ਨਹੀਂ ਕਿਹਾ ਵੀ ਤੂੰ ਮੈਂ ਭਾਈ ਅੱਜ ਤੋਂ ਬਾਅਦ ਖੰਡੇ ਦੀ ਪੌਲ ਛਕਣੀ ਹੈ, ਨਹੀਂ ਤੇ ਤੂੰ ਬਾਹਮਣ ਕੋਲ ਜਾ, ਜੇ ਹਿੰਦੂ ਨਾ ਉੱਥੇ ਜਾ ਕੇ ਆਨੰਦ ਕਾਰਜ ਕਰ ਲਿਆ। ਸਾਡੇ ਕੋਲ ਕੋਈ ਈਸਾਈ ਆਨੰਦ ਕਾਰਜ ਨਹੀਂ ਆਊਗਾ, ਕੋਈ ਮੁਸਲਮਾਨ ਨਹੀਂ ਆਏਗਾ। ਇਹ ਤਾਂ ਸਿੱਖਾਂ ਵਾਸਤੇ ਆਨੰਦ ਕਾਰਜ ਹੈ, ਆਨੰਦ ਅੰਤ ਬਣਿਆ ਹੋਇਆ ਸਾਡਾ। ਤੂੰ ਕਿੱਦਾਂ ਆ ਗਿਆ ਇੱਥੇ? ਇਹਨਾਂ ਨੂੰ ਚਾਹੀਦਾ 250-300 ਰੁਪਇਆ ਮਸਾਂ ਉਹਨਾਂ ਦੇਣਾ ਹੁੰਦਾ। ਹੁਣ 1500 ਰੱਖਿਆ ਵਾ ਲਾਵਾਂ ਦਾ ਉਹਨੇ। ਇਸ ਕਰਕੇ ਜਦੋਂ ਤੱਕ ਤੁਸੀਂ ਧਰਮ ਦੀ ਪਰਿਭਾਸ਼ਾ ਨੂੰ ਨਾ ਚੰਗੇ ਤਰੀਕੇ ਨਾਲ ਸਮਝੋਗੇ, ਜਿਹੜੇ ਬੰਦੇ ਨਹੀਂ ਧਰਮ ਦੀ ਪਾਲਣਾ ਕਰਦੇ ਉਹਦੇ ਨਾਲ ਬਾਈਕਾਟ ਨਾ ਕਰੋਗੇ। ਇਸ ਗੱਲ ਵਿੱਚ ਨਹੀਂ ਪਾਠ ਪੜਿਆ ਜਾਏਗਾ। ਅਸੀਂ ਪਾਠ ਪੜ੍ਹਦੇ ਹਾਂ, ਉਸੇ ਟਾਈਮ ਡੀਜਾ ਲਾਇਆ ਹੁੰਦਾ ਤੇ ਨਾਲ ਸ਼ਰਾਬ ਬਣਦੇ ਹੁੰਦੇ। ਇਹਦਾ ਮਤਲਬ ਸਾਡੇ ਤੇ ਕੋਈ ਜ਼ਰੂਰਤ ਨਹੀਂ, ਅਸੀਂ ਗੁਰੂ ਦੀ ਬੇਅਦਬੀ ਕਰਾਉਣ ਉੱਥੇ ਤੁਰ ਪੈਂਦੇ। ਇੱਜ਼ਤ ਕੋਈ ਨਹੀਂ ਗ੍ਰੰਥੀ ਨਹੀਂ। ਗ੍ਰੰਥੀ ਪ੍ਰੋਫੈਸ਼ਨਲ ਬੰਦਾ ਬਣਾ ਦਿੱਤਾ ਗਿਆ, ਨਾ ਉਹਦੀ ਕੋਈ ਇੰਟਰਵਿਊ ਲਈ ਗਈ। ਜਿਹੜਾ ਵੀ ਬਾਕੀ ਗ੍ਰੰਥੀ ਦੇ ਰੂਪ ਪਾਣ ਨੂੰ ਕਾਲਾ ਪਿਆ, ਉਹ ਬਾਬਾ ਇੱਧਰ ਆ, ਉਹਦਾ ਕੋਈ ਇੱਜ਼ਤ ਨਹੀਂ, ਕੋਈ ਸਤਿਕਾਰ ਨਹੀਂ, ਕਮਾਲ ਕਰ ਦਿੱਤੀ ਹੈ। ਇਸ ਕਰਕੇ ਮੈਂ ਹੁਣ ਬਸ ਕਰ ਸਦਾਈ ਬਣਾ
थोड़ा थोड़ा भौंक में ना उम्र थोड़ी रह गई है, अग्गा पीछा रह गया, दूर अग्गा नेड़ा आ गया। देख प्रीता जोतिया दाढ़ी हुई वो चिट्टी हो गई है, उनका दस्तक दे रहा जाम पे आ असी भी तैयार बैठे हैं भी तेरे नाल सुझांगे, तुम बोल दूजी दूजी दुष्ट बात दूजे पाए दुष्ट आत्मा ये तेरी सरकार धर्म राय हुक्म है वह सच्चा धर्म प्रचार। ये गुरबाणी में बोल रहे जब तुम इन्हों पढ़ना ही नहीं गया है, इन्हों समझना नहीं गया है, फिर तक कई खाने हैं और महाराज कृपा कर थोड़ी देर बाद रहन, थोड़े सिक्खी की परिपक्वता होए, थोड़े एक गल जरूर करो भी मैं कई बार बेनती की है तुम देश वास्ते टैक्स कटाने हो, जिन्हें भी टैक्स थोड़ा जा रहा है मोदी होली के हाथ पे चढ़े चढ़ते 67% टैक्स थोड़ा जा रहा, 33% टैक्स जो जा रहा वो तनख्वाहां विचों जिहड़ियां रिटर्नां भरदे उन्हां ते जा रहा। ते तुसीं जिहड़ा चीनी खरीदते हो आ खरीदी है आ खरीदिया जो कुछ भी खरीदिया जूता खरीदिया कुछ भी खरीदिया इसका टैक्स स्पैशल जा रहा। एक थोड़े ते गौ टैक्स लग्या होया वो जा रहा। अजे कि असं गौ नूं मां नहीं मनते, ना मुसलमान मनते ना ईसाई मनते, पर ठोकिया सारियां ते होया होया। जिन्ना चਿਰ ਤੁਸੀਂ लोग जागोगे ना इकट्ठे ना होंगे उन्ना चਿਰ ਤੁਸੀਂ कोई भी राहत हासिल नहीं कर सकते। समझ आई? वो टैक्स साडे ते वो तुसीं घटाया देश वास्ते, वो टैक्स घटाया पंजाब सरकार वास्ते, कैप्टन ना नहीं सानूं कुछ भी दिता। ये जिहड़ी सड़क बनाई है विच खा लिया किसी ना ते साडे टैक्स विच साडी सड़क बनी। जिन्ने स्कूल खुले हैं साडे पैसे नाल खुले, जिन्ने हस्पताल खुले हैं साडे पैसे नाल खुले, जिन्ने एमएलए नूं पेंशन मिलनी है वो साडे टैक्स विचों जानी है। पहला तुसीं उहनूं बढ़ाया, हुण उहनां तुहानूं टैक्स दी पेंशन लगनी है। एक बार भी एमएलए बन गया उसकी 80,000 की 50,000 के लागे लगातार पेंशन लगे। जो 2 बार बन गया तो 2 पेंशन लग जाएगा, जो 3 बार लग गया 3 पेंशन बन जाएगा। यह है उन्होंने आमदन का साधन। तुसीं लोग मैनूं कोई दुख नहीं करता, पर मैं एक गल चाहना भी तुसीं जागोगे। मैं हुण तां बेनती की भी तुसीं देश वास्ते टैक्स घटाया, देश प्यार हो गया, तुसीं पंजाब वास्ते टैक्स घटाया, पंजाब की तरक्की वास्ते वो चाहे खा लिया चाहे अफसर ने खा लिया, तुसीं अपने वालों ईमानदारी का टैक्स उन्होंने दे दिता। समझ आई? इस करके हुण मैं एक बेनती करूंगा भी तुहाडे अंदर एक गल मैं भरनी चाहना भी तुसीं ये सोचो भी मैं सिख कौम वास्ते जिंदगी च जिहड़ी कौम च मैं जम्मिया इहदे वास्ते मैं सारी जिंदगी च की कीता होया। मैं तो इहदे च खड़ा ही नहीं होया अजे तक, मैं तो इहनूं अडॉप्ट नहीं किया सिख पंथ नूं। मैं किस केड़ा मूंह लाके गुरु के दरबार च पहुंचूंगा? उत्थे बहुतियां कचहरियां नहीं होंदियां। ईसाइयां नूं होगा ईसा दा मान, मुसलमानों है मुहम्मद दा मान, सानू हैगा जैसा सतगुर सुनीदा तैसो ही मैं डीठ विछुड़िया मिलने प्रभु हर दर कह का हरि जी दरगाह दा वकील गुरु सतगुरु नानक देव। सारा कलयुग नानक दा है। ये नहीं कि नानक बार बार आए जाएगा, नहीं उदों आ लिया जेड़ा उन्हें शरीर बदले। हुण उन्हां दा इह स्वरूप जेड़ा उन्हां दी औलाद है, भाव यही इन्हां दी गुरु दी जिहड़ी नादी औलाद है, शब्द दी औलाद ये उन्हां दी है गुरु गोबिंद सिंह गुरु अर्जन देव जी दी। इस करके ये छोटी पातशाह की गद्दी है। छोटी पातशाह सारे कलयुग के हक लैके बैठे ने। अज 11वीं पातशाही 12वीं पातशाही खड़ी कर दी गई कि साडी मूर्खमती नाल सारा कुछ हो रहा। जे अज भी तुसीं जाग तो सारे सिखां के मुंडे तगड़े हो के इस गल नूं चुको भी असीं देश वास्ते कौम वास्ते कुछ करांगे, इहदे विच खड़े होवांगे, पढ़ाई ज्यादा करांगे, पंजाब विच अफसर बनांगे, डीसी लगो, एसएसपी लगो, आईजी लगो, पंजाब दी रुतबे तुसीं लो। बाहरले बंदे आके जिहड़े बिहार तो आगे बंदे नौकरियां करने ने, वो पैसा साडा लैके बिहार लैके जाणगे ते भला सोचणगे, बिहार दा पंजाब दा भला नहीं सोचणगे। ना साडे आने वाले बंदे नूं अगे सिलेक्ट करनगे, उधरों कोई आगों पहल के आधार पर सिलेक्ट कर लेंगे। ये कुछ गुप्त होंदियां ने गल्लां जिहड़ियां तुहानूं दस्सियां नहीं जांदियां। पिंडां 'च तुसीं ऐवें इकट्ठे होके एक दूजे नाल लड़दे रहंदे आ, नरजी थां थां बेच करी जांदे आ। इक्को ताकत है, चाहे नाम जप लो ते चाहे लड़ घुल लो ते नशे खा लो, दो तो ताकतें नहीं रही। उदो मन तो एक है 10-20 तो ना है, चाहे गुरु की भक्ति कर चाहे विषय प्रकार कमाए। ये संत बोलते होंगे सन। उदो कृष्ण का शिष्य है, उन्होंने कह रहे हैं उदो मन तो एक है, मन तो कोई है।
ਦਾ ਵੀ ਤਾਂ 20-25 ਦਾ ਮਨ ਹੈ ਨਹੀਂ। ਚਾਹੇ ਨਾ ਵਿਸ਼ੇ ਵਿਕਾਰ ਕਮਾਈ ਜਾ, ਪੁੱਠੇ ਕੰਮ ਕਰੀ ਜਾ, ਚਾਹੇ ਗੁਰੂ ਦੀ ਭਗਤੀ ਕਰਨੀ, ਇੱਕੋ ਪਾਸੇ ਚੱਲੇਗਾ। ਇੱਕ ਪੀਸ ਆਫ ਮਾਈਂਡ ਹੈ, ਇੱਕ ਹੈਗਾ ਮਨੀ ਮਾਈਂਡ। ਮਨੀ ਮਾਈਂਡ ਮਤਲਬ ਪੈਸਾ ਇਕੱਠਾ ਹੋ ਜਾਏ, ਉਹ ਮਨੀ ਮਾਈਂਡ ਕਦੇ ਵੀ ਬੰਦਾ ਸੁਖੀ ਨਹੀਂ ਹੋ ਸਕਦਾ। ਜਿਹੜਾ ਪੀਸ ਆਫ ਮਾਈਂਡ ਹੈ, ਭਾਵ ਜਿਹੜਾ ਚਾਹੁੰਦਾ ਵੀ ਮੈਂ ਮਨ 'ਚ ਸੰਤੋਖ ਰੱਖ ਕੇ ਬੈਠਣਾ, ਜੋ ਮੈਨੂੰ ਪਰਮਾਤਮਾ ਦੇ ਰਿਹਾ ਮੇਰੇ ਵਾਸਤੇ ਬਹੁਤ ਕੁਝ ਦੇ ਰਿਹਾ, ਇਹਦੇ ਨਾਲ ਸ਼ਾਂਤੀ ਆਏਗੀ। ਦੂਸਰੇ ਮਨ ਦੀ ਸੋਚ ਨਾਲ ਕਦੇ ਵੀ ਸ਼ਾਂਤੀ ਨਹੀਂ ਹੈ। ਇਸ ਕਰਕੇ ਐਨੀਆਂ ਦੀ ਬੇਨਤੀਆਂ ਆਪ ਜੀ ਦੇ ਚਰਨਾਂ 'ਚ ਕਰਦੇ ਹੋਏ, ਸਵੇਰੇ ਵੀ ਇੱਕ ਦੋ ਥਾਈਂ ਜਾਣਾ ਪੈਂਦਾ, ਸਿਹਤ ਹੈ ਨਹੀਂ, ਰਾਤ ਨਹੀਂ ਹੁੰਦੀ, ਇਹ ਹੁੰਦਾ ਕਿ ਕਿਸੇ ਤਰੀਕੇ ਨਾਲ ਜੀਂਦੇ ਜੀ ਕੌਮ ਮਾੜੀ ਮੋਟੀ ਸਾਡੇ ਜ਼ਿਲ੍ਹੇ 'ਚ ਜਾ ਕੇ ਇੱਕ ਪਿੰਡ ਵੀ ਅਸੀਂ ਸਿੱਖਾਂ ਦਾ ਨਹੀਂ ਖੜਾ ਕਰ ਸਕੇ। 50 ਦੇਸ਼ ਮੁਸਲਮਾਨਾਂ ਦੇ ਖੜੇ ਹੈ, ਕੁੜੀ ਬੁਰਕੀ ਤੋਂ ਬਾਹਰ ਨਹੀਂ ਹੋਈ, ਮੁੰਡੇ ਨਮਾਜ਼ਾਂ ਤੋਂ ਬਾਹਰ ਨਹੀਂ ਗਏ, ਸੁਨਤ ਵਾਲਿਆਂ ਨੇ ਕਰਾਈ ਹੈ। ਤੇ ਅਸੀਂ ਖੰਡੇ ਦੀ ਪੌੜ ਛਕਣ ਲੱਗਿਆ, ਸਾਨੂੰ ਕਈ ਢੋਣੀਆਂ ਖੜਦੇ ਨੇ, ਇਹ ਕੀ ਪਾੜਿਆ, ਇਹ ਐਡੀ ਜੀ ਕਿਰਪਾਨ ਦੀ ਕਾਹਦੀ ਲਟਕਾ ਲਈ, ਉਹ ਕਿਰਪਾਨ ਐਡੀ ਨਹੀਂ, ਗੁਰੂ ਦਾ ਗਹਿਣਾ ਹੈ। ਜਹਾਜ਼ ਪਾ ਕੇ ਵੀ ਜਾ 60 ਬੰਦੇ ਤੁਸੀਂ ਕਿਰਪਾਨਾਂ ਪਾ ਕੇ ਤੁਸੀਂ ਇੱਥੇ ਪੰਜਾਬ 'ਚ ਫੇਰੋ, ਤੁਹਾਨੂੰ ਕੋਈ ਬੰਦਾ ਚੈਲੰਜ ਨਹੀਂ ਕਰ ਸਕਦਾ। ਕਰਤੂਤ ਸਿੱਖ ਵਾਲੀ ਹੋਣੀ ਚਾਹੀਦੀ, ਕਰਤੂਤ ਕਿਹਨਾਂ ਵਾਲੀ ਚਾਹੀਦੀ? ਸਿੱਖਾਂ ਵਾਲੀ। ਕਿਰਪਾਨ ਪਾ ਕੇ ਠੇਕੇ ਤੇ ਜਿਹੜਾ ਖੜਾ ਉਹਦੇ ਵੱਲ ਨਾ ਦੇਖਿਓ, ਉਹਦੇ ਵੱਲ ਦੇਖੋ ਜਿਹੜਾ ਠੀਕ ਰਸਤੇ 'ਤੇ ਜਾਂਦਾ। ਪੈਸੇ ਦੇ ਪੱਖ ਤੋਂ ਉਸ ਬੰਦੇ ਨੂੰ ਨਾ ਦੇਖਿਓ ਜਿਹੜਾ ਪੈਸਾ ਹਾਈਲਾਈਟ ਹੋਇਆ ਵਾ, ਉਹਨੂੰ ਦੇਖੋ ਜਿਹੜਾ ਤੁਹਾਡੇ ਥੱਲੇ ਬੈਠਾ। ਜੇ ਹੇਠਲੇ ਨੂੰ ਬੈਠੋਗੇ ਥੋੜੀ ਸ਼ਾਂਤੀ ਆਊਗੀ, ਜੇ ਉੱਪਰਲੇ ਨੂੰ ਦੇਖੋਗੇ ਤੇ ਉਹ ਤੋਂ ਉੱਪਰ ਤੁਸੀਂ ਤੋੜੇ ਰਹੋਗੇ, ਕਦੇ ਵੀ ਪੈਸਾ ਤੁਹਾਡੇ ਪੂਰਾ ਨਹੀਂ ਹੋਏਗਾ। ਜੇ ਧਰਮ ਦੇ ਨਾਂ ਤੇ ਦੇਖਣਾ, ਉਹਨਾਂ ਬੰਦਿਆਂ ਨੂੰ ਦੇਖੋ ਜਿਹੜੇ ਧਰਮ ਦੇ ਰਸਤੇ ਤੇ ਠੀਕ ਤੁਰੇ ਜਾਂਦੇ ਨੇ, ਜਿਹੜੇ ਧਰਮ ਦਾ ਬੁਰਕਾ ਪਾ ਕੇ ਗਲਤ ਕੰਮ ਕਰਦੇ, ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਆ, ਤੁਹਾਡੀ ਧਰਮ ਦੇ ਪ੍ਰਤੀ ਨਫ਼ਰਤ ਪੈਦਾ ਹੋ ਜਾਂਦੀ ਹੈ। ਤੁਸੀਂ ਸੋਚਦੇ ਜੇ ਮੈਂ ਐਡੇ ਚੰਗਾ, ਇਹ ਗੱਲ ਗਲਤ ਹੈ। ਜੇ ਤੁਸੀਂ ਚੰਗੇ ਆ ਤੇ ਸਿੱਖ ਬਣੋ ਸਾਰੇ, ਉਹਨਾਂ ਲੋਕਾਂ ਨੂੰ ਰੋਕੋ ਜਿਹੜੇ ਬੰਦੇ ਪਖੰਡ ਕਰਦੇ ਨੇ, ਉਹਨਾਂ ਨੂੰ ਤੁਸੀਂ ਚੈਲੰਜ ਕਰੋ ਕਿ ਤੁਸੀਂ ਸਿੱਖੀ ਦਾ ਨਾਸ਼ ਪੱਕਿਆ। ਅਸੀਂ ਤਾਂ ਦੱਸਦੇ ਪਏ ਸੀ ਕਿ ਗੁਰੂ ਨਾਨਕ ਦੀ ਕਿੱਦਾਂ ਦੀ ਹੁੰਦੀ, ਕਿੱਦਾਂ ਦੀ। ਸੋ ਥੋੜੇ ਜਾਗੋ, ਪਿੰਡਾਂ 'ਚ ਇਕੱਠੇ ਹੋ ਤੇ ਇੱਕ ਪਿੰਡ ਵਿੱਚ ਅੱਛੇ ਤਰੀਕੇ ਨਾਲ ਲੜਕੀਆਂ ਦੇ ਆਨੰਦ ਕਾਰਜ ਗੁਰਦੁਆਰਿਆਂ 'ਚ ਕਰੋ, ਕਿਉਂਕਿ ਬਾਬਾ ਨਾਨਕ ਐਸਾ ਪੈਗੰਬਰ ਹੈ ਜਿਹੜਾ ਗਰੀਬ ਨਿਮਾਣਿਆਂ ਦਾ ਮਾਣ, ਰਤਾਣਿਆਂ ਦਾ, ਨਿਉਟਿਆਂ ਦੀ, ਇਹ ਪਹਿਲਾ ਦੁਨੀਆ ਦਾ ਪੈਗੰਬਰ। ਇਹ ਪਹਿਲਾ ਪੈਗੰਬਰ ਹੈ ਜਿਹੜਾ ਇਹ ਕਹਿ ਰਿਹਾ ਕਿ ਰਹਿਣੀ ਹੈ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਦਾ। ਜਿਹੜਾ ਮੇਰੀ ਦੱਸੀ ਹੋਈ ਰਹਿਤ ਵਿੱਚ ਰਹੂਗਾ, ਮੇਰਾ ਅਫਸਰ ਹੋਗਾ ਤੇ ਮੈਂ ਉਹਦਾ ਦਾਸ ਹੋਗਾ। ਅੱਜ ਤੱਕ ਕਿਸੇ ਪੈਗੰਬਰ ਨੇ ਇਹਨਾਂ ਦਰਜਾ ਨਹੀਂ ਆਪਣੇ ਸਿੱਖ ਨੂੰ ਦਿੱਤਾ। ਇਹ ਉਹ ਗੁਰੂ ਹੈ ਜਿਹੜਾ ਕਹਿੰਦੇ ਨੇ ਕਿ ਪੀਵੋ ਕੋਹਲ ਠੰਡੇ ਧਾਰ ਹੋਏ ਜਨਮ, ਭਾਵ ਜਿਹੜੇ ਘਰ 'ਚ ਬੇਈਮਾਨੀ ਦੀ ਕਮਾਈ ਨਹੀਂ ਹੈ, ਜਿਹੜੇ ਘਰ ਵਿੱਚ 2 ਟਾਈਮ ਦਾ ਨਿਤਨੇਮ ਹੈ, ਆਏ ਗਏ ਸਿੱਖ ਸਾਧ ਦੀ ਸੇਵਾ ਹੈ, ਜਿਹੜੇ ਘਰ ਵਿੱਚ ਕੋਈ ਝੂਠ ਦਾ ਬੋਲਬਾਲਾ ਨਹੀਂ ਹੈ, ਗੰਦੀਆਂ ਫਿਲਮਾਂ ਪ੍ਰਸਾਰਣ ਨਹੀਂ ਹੋ ਰਹੀਆਂ, ਗੰਦੇ ਗਾਣੇ ਨਹੀਂ ਚੱਲ ਰਹੇ, ਜਿਹੜੇ ਘਰ ਵਿੱਚ ਜਿਹੜੇ 2 ਟਾਈਮ ਦਾ ਨਿਤਨੇਮ ਗੁਰੂ ਦੇ ਦਰਸ਼ਨ ਹੈ, ਤੇ ਉਹ ਘਰ ਵਿੱਚ ਆਪਣੇ ਕੋਈ ਨਸ਼ਾ ਕਿਸੇ ਕਿਸਮ ਦਾ ਵੀ ਹੈ ਨਹੀਂ, ਉਹ ਘਰ ਵਿੱਚ ਆਪਣੇ ਆਪ ਜਨਮ ਸੁਹੇਲਾ ਹੋਏ, ਜ਼ਰੂਰ ਹੋਏਗਾ, ਹੋਏ ਜਨਮ ਸੁਹੇਲਾ। ਇਹ ਬਖਸ਼ਿਸ਼ ਕਿਹਨਾਂ ਕੀਤੀ? ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ। ਜਦੋਂ ਪੰਜਾਂ ਨੂੰ ਪੌੜ ਛਕਾਰਿਆ, ਉਦੋਂ ਗੋਬਿੰਦ ਸਿੰਘ ਹੈ ਆਪ, ਉਦੋਂ ਜਦੋਂ ਉਹਨਾਂ ਕੋਲ ਜਾਚਨਾ ਕਰ ਰਿਹਾ, ਸਤਿਗੁਰੂ ਬਣ ਕੇ ਹੁਣ ਚੇਲਾ ਬਣ ਲਿਆ ਵੀ ਮੈਨੂੰ ਵੀ ਖਾਲਸਾ ਜੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਅੱਜ ਤੁਸੀਂ ਸਿੰਘ ਤੇ ਗੌਰ ਦਾ ਲਾ ਲਏ ਆ, ਬੜੇ ਰਿਸਪੈਕਟੇਬਲ ਸ਼ਬਦ ਨੇ, ਪਰ ਤੁਸੀਂ ਬਾਕੀ ਕੰਮਾਂ ਸਾਰੀਆਂ ਛੱਡ ਦਿੱਤੀਆਂ, ਕੇਸ ਛੱਡ ਦਿੱਤੇ, ਕਿਰਪਾਨ ਛੱਡ ਦਿੱਤੀ ਹੈ, ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਛੱਡ ਦਿੱਤੇ, ਤੇ ਬਾਣੀ ਪੜ੍ਹਨੀ ਛੱਡ ਦਿੱਤੀ। ਔਰ ਜਦ ਬਾਣੀ ਤੋਂ ਨਿਕਲ ਗਏ, ਬਾਣੀ ਤੇ ਬਾਣੀ ਦਾ ਸਮੇਲ ਨਾ ਰੱਖੋਗੇ ਤੇ ਤੁਸੀਂ ਜ਼ਿੰਦਗੀ 'ਚ ਕੋਈ ਵੀ ਕਾਮਯਾਬੀ ਹਾਸਲ ਨਹੀਂ ਕਰੋਗੇ। ਇਸ ਕਰਕੇ ਗੁਰੂ ਪਾਤਸ਼ਾਹ ਰਹਿਮਤ ਕਰਨ ਉਹ ਹੈ ਕਿ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਰਹਿਣੀ ਰਹਿ। ਉਹ ਤੁਹਾਨੂੰ ਦੱਸ ਦਿੱਤਾ ਉਹ ਸਾਹਿਬ ਮੈਂ ਉਸਕਾ ਰਹਿਤ ਬਿਲਾਨਾ, ਜਿਹੜਾ ਰਹਿਤ ਨਹੀਂ ਰੱਖੂਗਾ ਮੇਰਾ ਸਿੱਖ ਨਹੀਂ ਹੋਏਗਾ। ਕਿਸੇ ਹੋਰ ਦਾ ਸਿੱਖ ਬਣਨਾ ਚਾਹੇ ਕਿ ਬਣ ਜਾਏ, ਮੈਨੂੰ ਨਹੀਂ ਪਤਾ ਉਹਦੀ ਕਿੰਨੀ ਸਮਰੱਥਾ ਹੈ ਤੇ ਗੁਰੂ ਨਾਨਕ ਦੀ ਮਿਸ਼ਨ ਹੈ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਲਾ, ਰਹਿਤ ਬਿਲਾਨਾ ਸਿੱਖ ਕਹਾਵੈ, ਰਹਿਤ ਬਿਨਾ ਦਰ। ਜਦੋਂ ਸੱਚੇ ਦਰ ਤੇ ਜਾਊਗਾ ਦਰਬਾਰ ਵਿੱਚ, ਤੇਰਾ ਸੁੰਦਰ ਕਿਹਾ ਸੋ ਕਰਕੇ ਹੈ ਤੇ ਚੋਟਾਂ ਜ਼ਰੂਰ ਖਾਏਗਾ। ਰਹਿਤ ਬਿਨਾਂ ਦਾ ਚੋਟਾਂ ਖਾਵੇ, ਸਤਿਗੁਰੂ ਵਾਜੋ ਸਿੱਖਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਗੁਰੂ ਨਹੀਂ ਹੋ ਸਕਦਾ। ਸਤਿਗੁਰੂ ਵਾਜੋ ਗੁਰੂ ਨਹੀਂ ਕੋਈ, ਨਬੁਲੇ ਕਾ ਹੈ ਨਬੁਲੇ ਦੇ ਹੱਥ ਦਾ ਖਾਣਾ। 22 ਸਾਲ ਗੁਰੂ ਅਮਰਦਾਸ ਸਾਹਿਬ ਜਾਂਦੇ ਰਹੇ ਗੰਗਾ ਤੇ, ਜਿਹੜਾ ਤੁਸੀਂ ਧਰਮ ਦੇ ਮਾੜੇ ਮੋਟੇ ਪੁੰਨਦਾਨ ਕਰਦੇ ਆ, 22 ਸਾਲ ਕੀਤੇ ਕੰਮ। 22ਵੇਂ ਸਾਲੇ ਕੋਲ
ਮਿਲਦਾ ਬ੍ਰਹਮਚਾਰੀ, ਉਹ ਪੁੱਛ ਲੈਂਦਾ ਅਮਰਦਾਸ ਤੇਰਾ ਗੁਰੂ ਕੌਣ ਹੈ? ਤੇ ਅਮਰਦਾਸ ਕਹਿੰਦਾ ਮੈਂ ਤਾਂ ਹਜੇ ਗੁਰੂ ਨਹੀਂ ਬਣਾਇਆ। ਆਂਦੇ ਤੂੰ ਗੁਰੂ ਨਹੀਂ ਬਣਾਇਆ, ਮੈਂ ਤਾਂ ਤੇਰੇ ਹੱਥ ਦਾ ਰੋਟੀ ਖਾ ਲਈ ਹੈ, ਮੇਰਾ ਤਾਂ ਜਨਮ ਭ੍ਰਿਸ਼ਟ ਹੋ ਗਿਆ, ਮੇਰੀ ਕੀਤੀ ਹੋਈ ਪੁੰਨ ਜਿਹੜਾ ਤਪ ਸੀ ਸਾਰਾ ਬਰਬਾਦ ਹੋ ਗਿਆ। ਤੁਸੀਂ ਵੀ ਕਦੇ ਸੋਚੀਏ ਤੇ ਮੈਂ ਕਿਥੋਂ ਗਾਣੇ ਦੇ ਕੋਚੇ ਖਾਣੇ ਹੁੰਦੇ ਆ ਰੇੜੀ ਤੇ ਖੜੇ। ਹੁਣ ਮੈਂ ਬਸ ਕਰ ਵਾਹਿਗੁਰੂ ਬਸ ਰਹਿਮਤ ਕਰ। ਮੈਂ ਹੁਣ ਮਾਫੀ ਮੰਗਣੀ ਪਊਗਾ ਜੇ ਮੇਰੀ ਸੁਭਦਾਵਰੀ ਨਾਲ ਕਿਸੇ ਮੇਰੇ ਭਰਾ ਨੂੰ, ਮੇਰੀ ਕਿਸੇ ਭੈਣ ਨੂੰ, ਮੇਰੇ ਕਿਸੇ ਬਜ਼ੁਰਗ ਨੂੰ ਜਾਂ ਕੋਨਿਆਂ ਨੂੰ ਅੰਗੀ ਵੜੀ ਹੋਏ ਵੀ ਇਹ ਕੌਣ ਹੁੰਦਾ ਸਾਨੂੰ ਕਹਿਣ ਵਾਲਾ ਵੀ ਦਾੜੀ ਰੱਖਿਆ, ਇਹ ਕੌਣ ਹੁੰਦਾ ਸਾਨੂੰ ਕਹਿਣ ਵਾਲਾ ਇਹ ਗਲੇ ਸਾਨੂੰ ਸ਼ਰਾਬ ਲੈ ਕੇ ਦਿੰਦਾ ਅਸੀਂ ਆਪੇ ਪੀਂਦੇ ਹਾਂ, ਇਹ ਕੌਣ ਹੁੰਦਾ? ਇਹ ਕੌਣ ਹੁੰਦਾ ਵੀ ਕਬਰ ਤੇ ਮੱਥਾ ਨਹੀਂ ਟੇਕ? ਇਹ ਤੁਹਾਡੇ ਪਿੰਡ ਚ ਕਰਕੇ ਕਰਾਂਗੀ ਸੀ ਕਬਰ ਹੈਗੀ ਸੀ ਛੱਪੜ ਦੇ ਨਾਲ, ਉਹ ਹੈਗੀ ਸੀ ਕਿ ਨਹੀਂ? ਕੋਈ ਮੁਸਲਮਾਨ ਦੱਸੋ ਜੋ ਕਿ ਤੇਲ ਦਿੰਦਾ ਕੀ ਹਾਲ ਦਾ ਤੁਹਾਡਾ? ਤੁਹਾਨੂੰ ਕਿਹਾ ਸੀ ਗੋਰ ਮੜੀ ਮੱਠ ਭੂਲ ਨਾ ਮੰਨ, ਤੀਰਥ ਦਾਨ ਦਿਆ ਤਪ ਸੰਜਮ ਏਕ ਬਿਆਨ ਹੈ, ਤੀਰਥਾਂ ਦੇ ਇਸ਼ਨਾਨ ਦਇਆ ਭਾਵ ਕੱਲੀ ਦਇਆ ਰੱਖਣੀ, ਨਾਮ ਨਹੀਂ ਜਪਣਾ, ਨਾਮ ਏਕਾ ਹੈ। ਇੱਕ ਨੇ ਕਿਹਾ ਧਰਤੀ ਦੇ 1.5 ਪੁੰਨ ਹੈ ਤੇ 1.5 ਪਾਪ ਹੈ, 1.5 ਪੁੰਨ ਤੇ 1.5 ਹਿੰਦੂਆਂ ਦੀ ਇੱਕ ਹੈਗੀ ਆ ਉਪਨਿਸ਼ਦ, ਉਹ ਰਿਸ਼ੀ ਦੇ ਨਾਂ ਦਾ ਵੀ ਮੈਨੂੰ ਭੁੱਲ ਗਿਆ, ਉਹ ਕਹਿ ਰਿਹਾ ਆਪਣੀ ਉਪਨਿਸ਼ਦ ਲਿਖਿਆ ਵੀ ਧਰਤੀ ਤੇ 1.5 ਪੁੰਨ ਹੈ ਤੇ 1.5 ਪਾਪ ਹੈ। ਉਹਨੂੰ ਪੁੱਛਿਆ ਵੀ ਕਿਹੜੇ ਪੁੰਨ ਹੈ 1.5? ਉਹਦਾ ਪੂਰਾ ਪੁੰਨ ਹੈ ਨਾਮ ਜਪਣਾ, ਪੂਰਾ ਪੁੰਨ ਕੀ ਹੈ? ਪਰਮਾਤਮਾ ਦਾ ਨਾਮ। ਬਾਕੀ ਜਿਹਨੇ ਦਾਨ ਕਰਨਾ, ਸੇਵਾ ਕਰਨੀ, ਇਹ ਅੱਧਾ ਪੁੰਨ, ਇਹ ਹੋ ਗਿਆ 1.5 ਪੁੰਨ। ਪੂਰਾ ਪੁੰਨ ਕੀ ਹੈ? ਨਾਮ। ਉਹਨਾਂ ਦੇ ਵੀ 1.5 ਪਾਪ ਕੀ ਹੈ? ਅੰਦਾ ਪਹਿਲਾ ਵੱਡਾ ਪਾਪ ਹੈ ਨਾਮ ਨਹੀਂ ਜਪਣਾ। ਵੱਡਾ ਪਾਪ ਕੀ ਹੈ? ਨਾਮ ਨਹੀਂ, ਇਹ ਵੱਡਾ ਪਾਪ। ਤੇ ਬਾਕੀ ਅੱਧਾ ਪਾਪ ਉਹ ਹੈ ਵੀ ਠੱਗੀ ਮਾਰ ਲੈਣੀ, ਕਰੈਕਟਰਲੈਸ ਹੋ ਜਾਣਾ, ਨਸ਼ੇ ਪੀ ਲੈਣੇ, ਇਹ ਅੱਧਾ ਪਾਪ ਹੈ। ਤੇ ਨਾਮ ਨਹੀਂ ਜਪਣਾ ਇਹ ਸੰਪੂਰਨ ਪਾਪ। ਇਸ ਕਰਕੇ ਪਾਪਾਂ ਤੋਂ ਛੁਟਕਾਰਾ ਕਰੀਏ, ਮਨ ਅਚੇਤ ਪਾਪ ਤੇ ਡਰ ਰਹੇ, ਉਹ ਤੋਂ ਡਰੀਏ, ਪਤਾ ਨਹੀਂ ਅਗਲਾ ਲੇਖਾ ਨਿਪਟ ਜਾਏ, ਬਾਰ-ਬਾਰ ਸਾਨੂੰ ਧਰਤੀ ਦੇ ਟੈਸ ਨਾ ਹੋਣਾ ਪਏ। ਇਸ ਕਰਕੇ ਮਿਸ਼ਨ ਤੁਰਿਆ ਹੋਇਆ। ਸੋ ਗੁਰੂ ਪਾਤਸ਼ਾਹ ਰਹਿਮਤ ਕਰ, ਮੇਰੇ ਇਹਨਾਂ ਭੌਂਕਣ ਤੇ ਕਿਸੇ ਵੀਰ ਨੂੰ ਕੋਈ ਕੁੰਡੀ ਵੱਡੀ ਗਈ ਹੈ ਜਾਂ ਉਹਨੂੰ ਕੋਈ ਪਿੰਚ ਹੋਇਆ, ਤੇ ਮੈਂ ਦੋਏ ਹੱਥ ਜੋੜ ਕੇ ਸਾਰੀ ਸੰਗਤ ਤੋਂ ਗੁਰੂ ਪਾਤਸ਼ਾਹ ਤੋਂ ਖਿਮਾ ਅਰਦਾਸ ਕਰ। ਮੈਂ ਇਹ ਵੀ ਮੰਨਦਾ ਕਿ ਤੁਸੀਂ ਬੜੇ ਖੁੱਲੇ ਦਿਲ ਵਾਲੇ ਲੋਕ ਹੋ, ਤੇ ਮੇਰੇ ਵਰਗੇ ਮੂਰਖ ਨੂੰ ਮਾਫ ਕਰਨਾ ਤੁਹਾਡੇ ਵਾਸਤੇ ਬਹੁਤ ਵੱਡੀ ਗੱਲ ਨਹੀਂ ਹੈ। ਦੂਸਰੀ ਮੈਂ ਇਹ ਕਹਾਂਗਾ ਕਿ ਮੈਨੂੰ ਕਦੇ ਬਾਬਾ ਨਾ ਕਹਿ ਦਿਓ, ਕੋਈ ਸੰਤ ਨਾ ਕਹਿਣ ਲੱਗ ਪਿਓ। ਮੈਂ ਹਜੇ ਸਿੱਖ ਬਣਦਾ ਜਿੱਦਾਂ ਕਰਦਾ, ਪੂਰਾ ਕੰਪਲੀਟ ਸਿੱਖ ਨਹੀਂ ਹੈ। ਮੈਂ ਸਿੱਖਿਆਰਥੀ ਹਾਂ, ਸਾਰੀ ਜ਼ਿੰਦਗੀ ਸਿੱਖ ਤੇ ਸਿੱਖੀ ਤੇ ਬਣੀ ਹੈ। ਤੇ ਜਿਹੜਾ ਬਣ ਜਾਏ ਉਹ ਤੋਂ ਬਾਅਦ ਤੁਸੀਂ ਚਾਹੇ ਬਦਮਾਸ਼ ਕਹਿ ਦਿਓ, ਚਾਹੇ ਕੁਛ ਵੀ ਕਹਿ ਦਿਓ, ਮੈਨੂੰ ਉਹ ਤੋਂ ਬਾਅਦ ਨਹੀਂ ਪਤਾ। ਜੀਂਦੇ ਜੀ ਮੈਨੂੰ ਕੋਈ ਬਾਬਾ ਸੰਤ